अस्सलाम वालेकुम। प्रोग्राम तफ्तीशी के साथ मैं हूं सलमान कुरैशी। नाजरीन, गुजरांवाला के इलाका बागबानपुरा में हुई कत्ल की खौफनाक वारदात। मारूफ ताजर को कत्ल कर दिया गया और उसकी लाश को दफना दिया गया। इस कत्ल की वारदात के पीछे कोई और नहीं बल्कि मकतूल की अपनी भाभी और उसका आशना शामिल था। पुलिस ने यह केस को किस तरह से ट्रेस किया और मुल्जमान तक कैसे पहुंची, ये बताएंगे आज के प्रोग्राम तफ्तीशी में। नाजरीन, इस वक्त हम गुजरांवाला के थाना बागबानपुरा में मौजूद हैं। पुलिस ने ऐसे मुल्जमान को गिरफ्तार किया है जिसने अपनी महबूबा के कहने पर उसके देवर को पहले कत्ल किया और फिर उसकी लाश को दफना दिया गया। बादअज़ा पुलिस ने इन मुल्जमान को गिरफ्तार कर लिया है। इसी की ज़ुबानी जानते हैं कि इसने कत्ल की वारदात किस तरह से की, इसके साथ कौन कौन मुलव्विस था और इसकी प्लानिंग किस तरह से की गई। हाँ भाई, की ना है तेरा? सर उमर की करना है? सर मैं कपड़ों का काम हैंडमेड का। कितने दा रहने वाला है? लाहौर का सर। लाहौर दा रहने वाला है? पंजाबी आती? हाँ जी सर। ते बोल। जी सर, लाहौर ਦਾ ਰਹਿਣ ਵਾਲਾ। की करना है? ਸਰ ਮੈਂ ਕੱਪੜਿਆਂ ਦਾ ਕੰਮ किथे? ਲਾਹੌਰ 'ਚ ਹੀ ਸਰ। ਲਾਹੌਰ ਚ करना है? हाँ जी ਤੇ ਇਹਦੇ ਨਾਲ ਕਦੋਂ ਮੁਹੱਬਤ ਹੋਈ? ਸਰ ਇਹਨਾਂ ਨਾਲ ਪੁਰਾਣੀ ਜਾਣ ਪਹਿਚਾਣ ਸੀ, ਹਮਸਾਏ ਸੀ ਸਾਡੇ ਸਰ। ਕਾਫੀ ਟਾਈਮ ਤੋਂ ਯਾਨੀ ਕਿ ਜਾਣਦੇ ਆ ਇੱਕ ਦੂਜੇ ਨੂੰ, ਤੇ ਥੋੜੀ ਦੇਰ ਪਹਿਲੇ ਮੁਲਾਕਾਤ ਹੋਣ ਲੱਗ ਪਈ ਸੀ। ਲਾਹੌਰ ਚ ਹੀ ਰਹਿੰਦੀ ਕੁੜੀ? ਜੀ ਸਰ, ਲਾਹੌਰ ਦੇ ਨੇ, ਲੇਕਿਨ ਇੱਥੇ ਇਹਨਾਂ ਦੀ ਸ਼ਾਦੀ ਹੋਈ ਹੈ। ਕਦੋਂ ਦੀ ਸ਼ਾਦੀ ਹੋਈ? ਸਰ 14-15 ਸਾਲ ਹੋ ਗਏ ਨੇ। 14-15 ਸਾਲ। ਤੇ ਕਦੋਂ ਤੇਰੀ ਮੁਹੱਬਤ ਕਦੋਂ ਹੋਈ? ਸਰ ਇਹ ਸਾਲ ਹੋ ਗਿਆ। ਸ਼ਾਦੀ ਤੋਂ ਬਾਅਦ ਹੋਈ? ਸ਼ਾਦੀशुदा ਖਤੂਨ ਨਾਲ? ਸਰ ਇਹਨੇ ਕਿਹਾ ਕਿ ਮੈਨੂੰ ਤਲਾਕ ਹੋ ਗਈ ਹੋਈ ਹੈ, ਮੇਰਾ ਹੁਣ ਉਹਦੇ ਨਾਲ ਤਾਲੁਕ ਕੋਈ ਨਹੀਂ ਹੈਗਾ ਕਿਸੇ ਇੱਧਰ ਕਿਸਮ ਮੇਰੇ ਦਾ। ਵੱਲ ਵੇਖਣਾ। ਸਰ ਇਹਨੇ ਕਿਹਾ ਕਿ ਮੈਨੂੰ ਤਲਾਕ ਹੋ ਗਈ ਹੈ, ਮੇਰਾ ਇਹਦੇ ਨਾਲ ਕਿਸੇ ਕਿਸਮ ਦਾ ਹੁਣ ਕੋਈ ਤਾਲੁਕ ਨਹੀਂ ਹੈਗਾ। ਹਾਂਜੀ ਸਰ। ਤੇ ਪਹਿਲੇ ਤੋਂ ਜਾਣਨ ਵਾਲੀ ਸੀ ਤੇਰੀ? ਹਾਂਜੀ ਸਰ। ਕਿੰਨੇ ਸਾਲ ਤੋਂ? ਸਰ ਇਹਨਾਂ ਨੂੰ ਤੇ ਤਕਰੀਬਨ 8-10 ਸਾਲ ਤੋਂ ਜਾਣਨਾ। 8-10 ਸਾਲ ਤੋਂ ਜਾਣਨ। ਜੀ ਸਰ। ਉਦੋਂ ਕੀ ਸੀ? ਭੈਣ ਸੀ ਤੇਰੀ? ਜੀ ਸਰ, ਉਦੋਂ ਕਦੀ ਸੀ? ਉਦੋਂ ਇੰਨੇ ਤਾਲੁਕਾਤ ਨਹੀਂ ਸੀ, ਉਹ ਹਮਸਾਏ ਹੈਗੇ ਸੀ। ਸਿਰਫ ਗੱਲਬਾਤ ਕਦੀ ਕਦਾਰ ਹੋ ਗਈ। ਅੱਛਾ, ਕੀ ਗੱਲ ਹੁੰਦੀ ਸੀ? ਕੁਛ ਨਹੀਂ ਸਰ, ਵੈਸੇ ਹੀ ਆਮ ਰੂਟੀਨ 'ਚ ਜੋ ਕੀ ਹਾਲ ਹੈ, ਕੀ ਕਰਦੇ ਹੋ, ਕੀ ਹੈ। ਤੂੰ ਸ਼ਾਦੀशुदा? ਜੀ ਸਰ। ਕਿੰਨੇ ਬੱਚੇ? ਸਰ ਮੇਰੇ 3 ਬੱਚੇ ਨੇ ਸਰ। 3 ਬੱਚੇ। ਹਾਂਜੀ ਸਰ। ਫਿਰ ਸਾਲ ਪਹਿਲੇ ਇਹਦੇ ਨਾਲ ਮੁਹੱਬਤ ਕਿੰਜ ਹੋਈ? ਸਰ ਬਸ ਵੈਸੇ ਹੀ ਅੰਡਰਸਟੈਂਡਿੰਗ ਹੋਣ ਲੱਗ ਪਈ, ਗੱਲਬਾਤ ਕਰਨ ਲੱਗ ਪਈ ਫੋਨ ਤੇ। ਫਿਰ ਗੱਲਬਾਤ ਹੁੰਦੇ ਹੁੰਦੇ ਸਰ ਗੱਲ ਅੱਗੇ ਵਧਣ ਲੱਗ ਪਈ। ਫਿਰ ਸਰ ਇਹਨੇ ਦੱਸਿਆ ਕਿ ਮੇਰਾ ਨਿਕਾਹ ਮੈਨੂੰ ਤਲਾਕ ਹੋ ਗਈ ਹੋਈ ਹੈ ਇੰਜ। ਫਿਰ ਸਰ ਇਹਨੇ ਮੇਰੇ ਨਾਲ ਨਿਕਾਹ ਪੜਾਇਆ। ਨਿਕਾਹ ਵੀ ਕਰ ਲਿਆ? ਜੀ ਸਰ, ਮੌਲਵੀ ਬੁਲਾ ਕੇ ਇਹਨੇ ਨਿਕਾਹ ਵਗੈਰਾ ਪੜਵਾਇਆ, ਸਾਰਾ ਕੁਝ ਹੋਇਆ। ਫਿਰ ਸਰ ਉਹਦੇ ਬਾਅਦ ਇਹ ਕੁਝ ਦਿਨ ਪਹਿਲੇ ਇਹਦਾ ਪਲਾਨ ਹੋਇਆ। ਇਹਨੇ ਕਿਹਾ ਕੀ ਨਾਂ ਆਈ ਉਹਦਾ? ਫਰਾ ਸਰ। ਫਰਾ। ਤੂੰ ਦੂਸਰੀ ਸ਼ਾਦੀ ਕੀਤੀ ਉਹਦੇ ਨਾਲ ਪਹਿਲੀ ਬੀਵੀ ਦੀ ਮੌਜੂਦਗੀ ਚ? ਜੀ ਸਰ। ਬੱਚੇ ਉਹਦੇ ਨਾਲ ਲਿੱਤੇ? ਜੀ ਸਰ। ਕੀ ਦੀ ਸਰ? ਦੱਸਣਾ, ਤਫਸੀਲ ਦੱਸਣੀ ਹੈ ਸਰ। ਬੱਚੇ ਇਹਦੇ ਬੱਚਿਆਂ ਨੂੰ ਵੀ ਪਤਾ ਸਰ, ਇਹ ਨਿਕਾਹ ਵਗੈਰਾ ਦਾ ਸਭ ਦਾ ਫਰਾ ਦੇ। ਹਾਂਜੀ ਸਰ। ਤੇ ਉਹ ਤੇਰੇ ਕੋ ਆ ਗਈ, ਤੇਰੇ ਘਰ ਰਹਿਣ ਲੱਗ ਪਈ ਆ? ਸਰ ਉਹ ਇੱਥੇ ਹੀ ਰਹਿੰਦੀ ਸੀ, ਕਿਉਂਕਿ ਬੱਚਿਆਂ ਦੀ ਕਸਟਡੀ ਵਗੈਰਾ ਕਹਿੰਦੀ ਸੀ ਕਿ ਮੇਰੇ ਕੋਲ ਹੀ ਹੈ ਸਾਰੀ, ਕਿਉਂਕਿ ਮੇਰਾ ਬੰਦਾ ਪਾਗਲ ਹੈਗਾ, ਉਹ ਨਹੀਂ ਸੰਭਾਲ ਸਕਦਾ। ਤੇ ਸਰ ਉਹ ਇੱਥੇ ਹੀ ਰਹਿੰਦੀ ਸੀ। ਅੱਛਾ, ਸਾਲ ਤੋਂ ਫਿਰ ਤੂੰ ਰਜਿਸਟਰਡ ਸ਼ਾਦੀशुदा ਹੋ ਗਿਆ ਤੇਰੇ ਮੁਤਾਬਕ? ਜੀ ਸਰ। ਫਿਰ ਸਰ ਉਹਦੇ ਬਾਅਦ ਮੈਂ ਇੱਥੇ ਹੀ ਆ ਕੇ ਮਿਲਦਾ ਸੀ, ਹਫਤੇ 'ਚ 1-2 ਚੱਕਰ ਲਾ ਲੈਂਦਾ ਸੀ ਸਰ। ਇੱਥੇ ਹੀ ਗੱਲਬਾਤ ਜੋ ਵੀ ਹੋ ਜਾਂਦੀ ਸੀ। ਪੁਲਿਸ ਦੀ ਤਫਤੀਸ਼ ਕਹਿੰਦੀ ਤੇਰੇ ਤੇ ਨਾਜਾਇਜ਼ ਤਾਲੁਕਾਤ ਸੀ ਉਸ ਔਰਤ ਨਾਲ? ਨਹੀਂ ਸਰ, ਮੇਰੇ ਕੋਲ ਉਹਦਾ ਨਿਕਾਹਨਾਮਾ ਵੀ ਪਿਆ ਸਰ, ਮੇਰੇ ਕੋਲ ਉਹਦੀ ਤਸਵੀਰਾਂ ਵੀ, ਨਿਕਾਹ ਦੀਆਂ, ਹਰ ਚੀਜ਼। ਨਿਕਾਹ ਦੇ ਉੱਤੇ ਨਿਕਾਹ ਹੋ ਜਾਂਦਾ ਔਰਤ ਦਾ? ਸਰ ਉਹ ਇਹਨੇ ਕਿਹਾ ਸੀ ਕਿ ਮੈਂ ਤੈਨੂੰ ਨਾ ਕੁਝ ਦਿਨਾਂ ਤੱਕ ਪੇਪਰ ਦੇ ਦਾਂਗੀ, ਉਹਦੇ ਬਾਅਦ ਰਜਿਸਟਰਡ ਕਰਾ ਲਾਂਗੇ। ਨਹੀਂ, ਰਜਿਸਟਰਡ ਨਹੀਂ, ਮੈਂ ਜਿਹੜਾ ਸਵਾਲ ਕੀਤਾ ਹੈ, ਨਿਕਾਹ ਦੇ ਉੱਤੇ ਇੱਕ ਬੰਦਾ ਜ਼ਿੰਦਾ ਹੋਵੇ, ਉਹਦਾ ਬੰਦੇ ਦੀ ਤਲਾਕ ਵੀ ਨਾ ਹੋਈ ਹੋਏ, ਉਹਦੇ ਤੋਂ ਬਾਅਦ ਔਰਤ ਦੂਸਰਾ ਨਿਕਾਹ ਵੀ ਕਰ ਸਕਦੀ ਹੈ ਮਰਦਾਂ ਦੀ ਤਰ੍ਹਾਂ? ਨਿਕਾਹ ਨਹੀਂ ਹੋ ਸਕਦਾ ਨਾ ਸਰ। ਨਹੀਂ ਹੋ ਸਕਦਾ? ਤੇ ਤੂੰ ਕਿਉਂ ਕੀਤਾ ਹੀ? ਸਰ ਇਹਨੇ ਕਿਹਾ ਮੈਂ ਤਲਾਕ ਲੈ ਲਈ ਹੋਈ ਹੈ, ਮੈਨੂੰ ਤਲਾਕ ਹੋ ਗਈ ਹੋਈ ਹੈ। ਤੇ ਤੂੰ ਤਲਾਕ ਦੀਆਂ ਕੋਈ ਚੀਜ਼ਾਂ ਨਹੀਂ ਵੇਖੀਆਂ? ਸਰ ਜਿੰਜ ਇਸਲਾਮ 'ਚ ਸਰ 3 ਦਫਾ ਤਲਾਕ ਦੇ ਦੋ ਇੰਜ, ਉਹ ਕਿਹਾ ਮੈਨੂੰ ਉਹਨੇ 10-12 ਦਫਾ ਤਲਾਕ ਦੇ ਦਿੱਤੀ ਹੋਈ ਹੈ। ਅੱਛਾ, 10-12 ਦਫਾ ਦੇਤੀ, ਲੇਕਿਨ ਡਾਕੂਮੈਂਟਸ ਵੀ ਹੁੰਦੇ ਉਹਦੇ, ਪਤਾ ਹੈ ਕਿ ਨਹੀਂ? ਨਹੀਂ ਸਰ, ਉਹਦਾ ਨਹੀਂ ਮੈਂ ਪੁੱਛਿਆ ਸਰ। ਤੇ ਉਹ ਕਿਸ ਬਿਹਾਫ ਨਾਲ ਤਲਾਕ ਲੈ ਕੇ ਆਪਣੇ ਬੰਦੇ ਦੇ ਘਰ 'ਚ ਰਹਿ ਰਹੀ ਸੀ? ਸਰ ਬੱਚਿਆਂ ਦੀ ਵਜ੍ਹਾ ਤੋਂ, ਕਿ ਮੈਂ ਬੱਚਿਆਂ ਦੀ ਕਸਟਡੀ ਲਈ, ਬੱਚੇ ਜ਼ਾਹਰੀ ਗੱਲ ਹੈ ਉਹ ਨਹੀਂ ਸੰਭਾਲ ਸਕਦਾ, ਮੈਂ ਹੀ ਸੰਭਾਲਣੀ ਹੈ। ਚਲੋ ਹੁਣ ਸਟੋਰੀਆਂ ਸੁਣਾਤੀਆਂ, ਨੌਸਰਬਾਜ਼ੀ ਖਤਮ ਕਰਨੀ ਹੈ, ਹੁਣ ਅਸਲ ਵਕੂਆ ਸੁਣਾਣਾ ਹੈ। ਕੀ ਹੋਇਆ, ਕੀ ਚੱਕਰ ਸੀ ਤੇਰਾ ਸਾਰਾ ਮਾਮਲਾ? ਉਹਨੇ ਪਲੈਨਿੰਗ ਕੀ ਬਣਾਈ ਤੁਹਾਡੇ ਨਾਲ?
ਸਰ ਉਹਨੇ ਇਹੀ ਕਿਹਾ ਕਿ ਮੈਂ ਉਹਨੂੰ ਡਰਾ ਧਮਕਾਉਣਾ ਚਾਹੁੰਦੀ ਹਾਂ ਤੇ ਤੁਸੀਂ ਮੇਰੀ ਮਦਦ ਕਰਨੀ ਹੈ। ਉਹਨੂੰ ਡਰਾ ਧਮਕਾ ਕੇ ਉਹਦੇ ਕੋਲੋਂ ਪੇਪਰ ਵਗੈਰਾ ਪੁੱਛਣੇ ਨੇ ਕਿ ਕਿੱਥੇ ਨੇ ਪੇਪਰ, ਦੱਸ ਸਾਨੂੰ ਪੇਪਰ ਦੇ, ਪ੍ਰਾਪਰਟੀਆਂ ਦੇ, ਸਾਡੇ ਜਿਹੜੇ ਪੈਸੇ ਦੇਣੇ ਆ ਉਹ ਦੇ। ਇੰਜ ਸਰ ਇਹ ਪਲੈਨਿੰਗ ਉਹਨੇ ਬਣਾਈ ਸੀ। ਤੇਰਾ ਕੀ ਨਾਮ ਹੈ? ਉਮਰ ਸਰ। ਫਿਰ ਸਰ ਤੇ ਜਦੋਂ ਮੈਂ ਉਹਨੂੰ ਬਿਠਾ ਕੇ ਲੈ ਗਿਆ ਉੱਥੋਂ ਦੀ, ਤੂੰ ਕਹਿੰਦੇ ਰੈਕੀ ਕਹਿੰਦੀ ਕੀਤੀ, ਫਰਾ ਨੇ ਕਿਹਾ ਇੱਧਰ ਆਏਗਾ ਦੁਕਾਨ ਤੇ, ਉਹ ਕਹਿੰਦੇ ਪਤਾ ਸੀ ਉਹਨੂੰ? ਸਰ ਉਹ ਫਰਾ ਨੂੰ ਪਤਾ ਸੀ ਸਰ। ਫਰਾ ਕਿੱਥੇ ਰਹਿੰਦੀ? ਸਰ ਫਰਾ ਉਹਦੇ ਘਰ ਦੇ ਨਾਲ ਹੀ ਘਰ ਹੈਗਾ ਸੀ, ਉੱਥੇ ਰਹਿੰਦੀ ਸੀ, ਇਕੱਠੇ ਹੀ ਰਹਿੰਦੇ ਸੀ ਪਹਿਲੇ। ਇਹ ਤਕਰੀਬਨ 2-3 ਮਹੀਨੇ ਹੋਏ ਨੇ ਕਿ ਇਹ ਅਲੱਗ-ਅਲੱਗ ਹੋਏ ਨੇ। ਉਹਦੇ ਨਾਲ ਪਹਿਲੇ ਇਕੱਠੇ ਹੀ ਰਹਿੰਦੇ ਸੀ। ਉਹ ਕਿੱਥੇ ਆਂਦਾ ਹੈ, ਕਿੱਥੇ ਜਾਂਦਾ ਹੈ, ਕਿੱਥੇ ਖਲੋਂਦਾ ਹੈ, ਉਹ ਸਾਰਾ ਸਰ ਉਹਨੂੰ ਪਤਾ ਹੈ ਕਿ ਕਿੱਥੇ ਕੀ ਕੁਛ ਕਰ। ਕਿੰਨੇ ਦਿਨ ਪਹਿਲੇ ਫਰਾ ਨੇ ਕਿਹਾ ਕਿ ਇਹ ਸਭ ਕੁਝ ਕਰਨਾ ਹੈ? ਸਰ ਇਹ 4 ਦਿਨ ਪਹਿਲੇ ਗੱਲ ਹੋਈ ਸੀ ਸਰ। ਫਿਰ ਲਾਸਟ ਟਾਈਮ ਜਿਸ ਦਿਨ ਸਰ ਇਹ ਕੰਮ ਹੋਣਾ ਸੀ 16 ਤਰੀਕ ਨੂੰ, ਸਰ ਉਸ ਦਿਨ ਉਹਨੇ ਇਹਨੂੰ ਬੁਲਾਇਆ ਬਾਈ ਨੂੰ। ਇਹ ਕੌਣ ਹੈ? ਸਰ ਮੈਨੂੰ ਨਹੀਂ ਪਤਾ ਸਰ ਇਹਦਾ, ਇਹ ਫਰਾ ਨੂੰ ਹੀ ਜਾਣਦਾ ਸੀ। ਹਾਂਜੀ। ਤੇ ਤੂੰ ਕਿਹੋ ਜਿਹਾ ਫਰਾ ਦਾ ਦੂਸਰਾ ਬੰਦਾ ਹੈ? ਅਗਰ ਤੇਰੀ ਗੱਲ ਮੰਨ ਲਈ ਹੈ ਤੂੰ ਸ਼ਾਦੀशुदा ਹੈ ਤੇ ਉਹਨੇ ਇੱਕ ਹੋਰ ਮੁੰਡਾ ਬੁਲਾ ਲਿਆ? ਨਹੀਂ, ਕਹਿੰਦੀ ਇਹ ਗੱਡੀ ਵਗੈਰਾ ਵਾਸ਼ ਕਰਦਾ, ਇਹ ਭਰਾ ਬਣਿਆ ਹੋਇਆ ਮੇਰਾ, ਇਹ ਨਾਲ ਸਾਡੀ ਹੈਲਪ ਕਰੇਗਾ। ਭਰਾ ਵੀ ਰੱਖਿਆ, ਬੰਦਾ ਵੀ ਦੂਸਰਾ ਰੱਖਿਆ, ਫਰਾ ਮਤਲਬ ਕਾਰੀਗਰ ਹੈ ਪੂਰੀ ਹੈ ਸਰ। ਐਨਜੀ ਹੈ ਸਰ। ਅੱਛਾ, ਫਿਰ ਅੱਗੇ? ਸਰ ਉਹਦੇ ਬਾਅਦ ਮੈਂ ਉਹਨੂੰ ਗਨ ਪੁਆਇੰਟ ਤੇ ਲੈ ਕੇ ਤੇ ਸਟੇਸ਼ਨ ਚਲਾ ਗਿਆ ਸਰ। ਸਟੇਸ਼ਨ ਤੇ ਇਹ ਵੀ ਪਿੱਛੇ ਨਾਲ ਹੀ ਗੱਡੀ 'ਚ ਆ ਗਏ ਸਰ। ਮੈਂ ਉੱਤੋਂ ਗੱਡੀ ਘੁਮਾ ਕੇ ਲੈ ਆਇਆ ਵਾਂ। ਤੂੰ ਕਿੱਥੋਂ ਗਨ ਪੁਆਇੰਟ ਤੇ ਉਹਨੂੰ ਸਰ ਜਿੱਥੋਂ ਕਟਿੰਗ ਕਰਵਾਉਂਦਾ ਸੀ ਸਰ। ਕਟਿੰਗ ਕਰਾਉਂਦਾ ਸੀ, ਉਧਰੋਂ ਨਿਕਲੇ? ਹਾਂਜੀ। ਕਿਹੜੀ ਗੱਡੀ ਸੀ? ਸਰ ਹੋਂਡਾ ਸਿਵਿਕ ਸੀ ਉਹਦੇ ਕੋਲ। ਠੀਕ ਹੈ। ਫਿਰ ਤੇ ਸਰ ਗੱਡੀ ਮੈਂ ਉਹ ਸਟੇਸ਼ਨ ਵੱਲ ਲੈ ਗਿਆ ਕਿਉਂਕਿ ਉਧਰ ਸੁਨਸਾਨ ਇਲਾਕਾ ਹੈ। ਹੁਣ ਗਨ ਪੁਆਇੰਟ ਦੇ ਉੱਤੇ ਯਰਗਮਾਲ ਬਣਾ ਲਿਆ ਪਿੱਛੋਂ ਦੀ? ਹਾਂਜੀ ਸਰ। ਅੱਛਾ, ਤੇ ਉਹਨੇ ਕਿਹਾ ਗੱਡੀ ਚਲਾ? ਹਾਂਜੀ ਸਰ। ਕੀ ਕਹਿੰਦਾ? ਉਹਨੇ ਕਿਹਾ ਠੀਕ ਹੈ ਸਰ, ਠੀਕ ਹੈ। ਉਹਨੇ ਗੱਡੀ ਸਟਾਰਟ ਕੀਤੀ, ਗੱਡੀ ਚਲਾਉਣਾ ਸ਼ੁਰੂ ਕਰਤਾ। ਉਹਦੇ ਬਾਅਦ ਸਰ ਅਸੀਂ ਸਟੇਸ਼ਨ ਗਏ ਹਾਂ। ਇਹ ਫਰਾ ਤੇ ਸ਼ੁਬਾਜ਼ ਇਹ ਪਿਛਲੀ ਗੱਡੀ 'ਚ ਗਏ ਸੀ ਆਪਣੀ। ਸਰ ਇਹ ਵੀ ਮੇਰੇ ਨਾਲ ਪਿੱਛੇ ਆ ਗਏ ਸਰ। ਮੈਂ ਉੱਥੇ ਗੱਡੀ 2 ਮਿੰਟ ਰੋਕੀ ਇਹ ਵੀ ਪਿੱਛੇ ਆ ਕੇ ਨਾ ਇਹਨਾਂ ਨੇ ਵੀ ਗੱਡੀ ਰੋਕ ਲਈ। ਫਿਰ ਉਹਦੇ ਬਾਅਦ ਮੈਨੂੰ ਕਿਹਾ ਗੱਡੀ ਘੁਮਾ ਉੱਤੋਂ ਦੀ। ਸਰ ਉਹ ਉੱਤੋਂ ਗੱਡੀ ਘੁਮਾ ਕੇ ਲਿਆਇਆ ਕਿਉਂਕਿ ਕਨਫਿਊਜ਼ ਸੀ ਕਿੱਥੇ ਖੜਾ ਕਰਾਂ ਕਿੱਥੇ ਨਹੀਂ। ਉਹ ਸਰ ਉਹ ਜਦੋਂ ਗੱਡੀ ਘੁਮਾ ਕੇ ਲਿਆਇਆ ਨਾ ਉਹਨੇ ਕਿੱਥੇ ਰੁਕਵਾਈ ਗੱਡੀ? ਸਰ ਉਹ ਪਾਰਕ ਹੈਗੀ ਹੈ ਸਟੇਸ਼ਨ ਦੇ ਕੋਲ ਉੱਥੇ। ਇਹਨਾਂ ਨੇ ਅੱਗੇ ਰੋਕੀ? ਸਰ ਇਹਨਾਂ ਦੀ ਗੱਡੀ ਪਿੱਛੇ ਸੀ ਸਾਡੇ। ਸਰ ਮੈਂ ਉਹਨੂੰ ਜਦੋਂ ਕਿਹਾ ਨਾ ਗੱਡੀ ਉੱਤੋਂ ਦੀ ਘੁਮਾ ਕੇ ਲਿਆ, ਸਰ ਉਹ ਜਦੋਂ ਗੱਡੀ ਉੱਤੋਂ ਘੁਮਾ ਕੇ ਲਿਆਇਆ ਨਾ ਤੇ ਉਹਨੇ ਸਾਡੀ ਗੱਡੀ ਵੇਖ ਲਈ, ਯਾਨੀ ਕਿ ਜਿਹਦੇ 'ਚ ਫਰਾ ਬੈਠੀ ਸੀ। ਵੇਖ ਲਈ ਸਰ ਉਹਨੇ ਫਰਾ ਨੂੰ ਵੀ ਵੇਖ ਲਿਆ, ਇਹਨੂੰ ਵੀ ਵੇਖ ਲਿਆ। ਸਰ ਫਿਰ ਥੋੜ੍ਹਾ ਜਿਹਾ ਅੱਗੇ ਗਏ ਆ ਤੇ ਉਹਦੇ ਬਾਅਦ ਉਹ ਮੈਨੂੰ ਕਹਿੰਦਾ ਹੈ ਕਿ ਜਿਹਦੇ ਵਾਸਤੇ ਤੁਸੀਂ ਕਰ ਰਹੇ ਹੋ ਨਾ, ਜੋ ਕੁਝ ਵੀ ਕਰ ਰਹੇ ਹੋ ਇਹ ਤੁਸੀਂ ਗਲਤ ਕਰ ਰਹੇ ਹੋ। ਮੇਰਾ ਇਹਦੇ ਨਾਲ ਕੋਈ ਤਾਲੁਕ ਨਹੀਂ ਹੈਗਾ, ਮੈਂ ਇਹਦੇ ਨਾਲ ਸਭ ਕੁਝ ਖ਼ਤਮ ਕਰ ਚੁੱਕੇ ਹਾਂ, ਯਾਨੀ ਕਿ ਲੈਣ ਦੇਣ ਮਰਨ ਜੀਣ ਹਰ ਚੀਜ਼, ਤੇ ਲਿਹਾਜ਼ਾ ਤੁਹਾਡੀ ਮਿਹਰਬਾਨੀ ਇੰਜ। ਫਿਰ ਸਰ ਮੈਂ ਉਹਨੂੰ ਫੋਨ ਕੀਤਾ। ਤੂੰ ਕੀ ਕਿਹਾ? ਸਰ ਮੈਂ ਉਹਨੂੰ ਵੈਸੇ ਹੀ ਡਰਾ ਰਹੇ। ਮੈਂ ਕਿਹਾ ਤੇਰੇ ਕੋਲ ਕੀ ਹੈਗਾ, ਤੇਰੇ ਕੋਲ ਪ੍ਰਾਪਰਟੀ ਕਿੰਨੀ ਹੈ, ਕਿੰਨੇ ਤੁਸੀਂ ਭਰਾ ਹੋ, ਕੀ ਕੰਮ ਕਰਨਾ ਹੈ, ਇੰਜ ਉਂਝ। ਗੱਲ ਰੱਖੀ ਹੈ? ਹਾਂਜੀ ਸਰ ਗਨ ਰੱਖੀ। ਨਹੀਂ ਸਰ ਸਾਈਡ ਤੇ ਇੰਜ। ਪਿੱਛੋਂ ਬੈਗ? ਹਾਂਜੀ ਪਿੱਛੋਂ ਬਹਿ ਕੇ। ਉਹੀ ਗੱਡੀ ਚਲਾ ਰਿਹਾ? ਹਾਂਜੀ ਸਰ ਉਹਨੇ ਇਹ ਗੱਲਾਂ ਕੀਤੀਆਂ, ਮੈਂ ਸ਼ੌਕਡ ਹੋ ਗਿਆ। ਮੈਂ ਕਿਹਾ ਇਹਨੂੰ ਤੇ ਪਤਾ ਲੱਗ ਗਿਆ ਹੁਣ ਕਿਉਂ। ਸਰ ਮੈਂ ਫਰਾ ਨੂੰ ਫੋਨ ਕੀਤਾ, ਉਹਨੇ ਸ਼ੁਬਾਜ਼ ਨੂੰ ਭੇਜਿਆ। ਸਰ ਜਦੋਂ ਸ਼ੁਬਾਜ਼ ਗੱਡੀ 'ਚ ਆਇਆ ਨਾ, ਮੈਂ ਉਹਨੂੰ ਨਾ ਨਾਲ ਵਾਲੀ ਸੀਟ ਤੇ ਬਾਤਾ। ਮੈਂ ਕਿਹਾ ਇੱਧਰ ਆ ਜਾ ਤੂੰ। ਫਰਾ ਨੂੰ ਬਿਠਾ? ਨਹੀਂ ਸਰ ਸ਼ਾਹਦ ਨੂੰ। ਇਹ ਮੇਰੀ ਗੱਡੀ 'ਚ ਆ ਕੇ ਬੈਠਾ ਨਾ ਸ਼ਾਹਦ। ਇਹ ਡਰਾਈਵ ਕਰਨ ਲੱਗ ਗਿਆ ਸ਼ਾਹਦ ਦੀ ਗੱਡੀ? ਪਿਛਲੀ ਸੀਟ ਤੇ ਆ ਕੇ ਬੈਠਾ ਮੇਰੇ ਨਾਲ। ਤੇ ਸ਼ਾਹਦ ਡਰਾਈਵਿੰਗ ਸੀਟ ਤੇ ਸੀ। ਸ਼ਾਹਦ ਨੂੰ ਨਾ ਅਸੀਂ ਗਨ ਪੁਆਇੰਟ ਤੇ ਨਾਲ ਵਾਲੀ ਸੀਟ ਤੇ ਲੈਂਦਾ। ਡਰਾਈਵਿੰਗ ਦੇ ਨਾਲ ਵਾਲੀ ਸੀਟ ਤੇ ਡਰਾਈਵਰ ਇਹਨੂੰ ਬਾਤ ਕਰ? ਨਹੀਂ ਸਰ। ਫਿਰ ਉਹਦੇ ਬਾਅਦ ਉਹਨੂੰ ਕਿਹਾ ਹੱਥ ਪਿੱਛੇ ਕਰ ਲੈ, ਉਹਨੇ ਹੱਥ ਪਿੱਛੇ ਕਰ ਲਏ। ਇਹਨੂੰ ਮੈਂ ਗਨ ਫੜਾਤੀ, ਇਹਨੇ ਨਾ ਉਹਦੇ ਹੱਥ ਫੜ ਲਏ ਪਿੱਛੋਂ। ਮੈਂ ਕਿਹਾ ਮੈਂ 1 ਮਿੰਟ ਆਇਆ। ਮੈਂ ਉਹਦੇ ਬਾਅਦ ਫਰਾ ਦੀ ਗੱਡੀ 'ਚ ਗਿਆ। ਮੈਂ ਫਰਾ ਨੂੰ ਜਾ ਕੇ ਦੱਸਿਆ, ਮੈਂ ਕਿਹਾ ਉਹਨੇ ਤੈਨੂੰ ਵੇਖ ਲਿਆ ਸਾਰਾ ਕੁਝ ਇੰਜ ਉਂਝ। ਕਿ ਮੈਂ ਤੇ ਹੁਣ ਉਹਦੇ ਨਾਲ ਕੋਈ ਗੱਲ ਕਰਨ ਵਾਲਾ ਹੀ ਨਹੀਂ ਹੈਗਾ ਕਿਉਂਕਿ ਉਹਨੇ ਪਹਿਲਾਂ ਹੀ ਕਹਿ ਦਿੱਤਾ ਕਿ ਸਾਰਾ ਕੁਝ ਇੰਜ ਉਂਝ ਹੁਣ ਮੈਂ ਦੇ ਦਿੱਤਾ ਹੋਇਆ ਸਭ ਕੁਝ, ਮੇਰਾ ਉਹਦੇ ਨਾਲ ਕੋਈ ਤਾਲੁਕ ਵਾਸਤਾ ਨਹੀਂ ਇੰਜ ਉਂਝ। ਸਰ ਇੰਨੀ ਗੱਲ ਫਿਰ ਸਰ ਫਰਾ ਉਤਰ ਗਈ ਗੱਡੀ 'ਚ। ਗੱਲ ਕੀ ਕੀਤੀ ਉਹਨੇ? ਗੱਲ ਕੀ ਕੀਤੀ ਫਰਾ ਨੇ? ਸਰ ਫਰਾ ਨੇ ਕਿਹਾ ਕਿ ਇਹ ਤੇ ਜ਼ਿਆਦਾ ਮਸਲਾ ਹੋ ਗਿਆ, ਇਹਨੇ ਮੈਨੂੰ ਵੇਖ ਲਿਆ, ਹੁਣ ਤੇ ਇਹ ਮੈਨੂੰ ਕੁਝ ਵੀ ਨਹੀਂ ਦੇਗਾ, ਇਹਨੇ ਤੇ ਮੇਰਾ ਜੀਣਾ ਹਰਾਮ ਕਰ ਦੇਣਾ ਹੈ। ਸਰ ਇੰਨੀ 2-4 ਗੱਲਾਂ ਹੋਈਆਂ। ਸਰ ਉਹਦੇ ਬਾਅਦ ਫਰਾ ਮੈਂ ਕਿਹਾ ਫਿਰ ਕੀ ਕਰਨਾ ਹੈ।
ਕਹਿੰਦੀ ਮੈਂ ਦੇਖਣੀ ਆ, ਮੈਂ ਆਪ ਗੱਲ ਕਰਨੀ ਆ। ਸਰ ਫਰਾ ਉਤਰੀ ਏ, ਮੈਂ ਵੀ ਉਤਰਿਆ ਵਾਂ, ਮੈਂ ਵੀ ਜਾ ਕੇ ਡਰਾਈਵਿੰਗ ਸੀਟ ਤੇ ਜਿੱਥੇ ਉਹ ਸ਼ਾਹਿਦ ਬੈਠਾ ਸੀ, ਸ਼ਾਇਦ ਨਾਲ ਦੀ ਸੀਟ ਤੇ ਆ ਗਿਆ ਸਰ ਨਾਲ ਦੀ ਸੀ। ਹਾਂਜੀ ਤੇ ਉਹ ਡਰਾਈਵਿੰਗ ਸੀਟ ਤੇ ਸੀਟ ਤੇ ਤੂੰ ਪਿੱਛੇ ਬਹਿ ਗਿਆ। ਹਾਂਜੀ ਸਰ, ਮੈਂ ਫਿਰ ਪਿੱਛੇ ਬੈਠਾ ਵਾਂ। ਮੈਂ ਇਹਦੇ ਕੋਲ ਸਰ ਗਨ ਫੜ ਲਈ ਤੇ ਗਨ ਫੜ ਕੇ ਮੈਨੂੰ ਕਿਹਾ ਤੂੰ ਜਾ, ਤੇ ਸਰ ਗਨ ਫਰਾ ਨੇ ਫੜ ਲਈ ਨਾਲ ਹੀ। ਮੈਂ ਉਹਦੇ ਹੱਥ ਫੜ ਲਏ ਪਿੱਛੋਂ ਦੀ। ਕੀ ਫੜ ਲਈ? ਸਰ ਫਰਾ ਨੇ ਪਿਸਤੌਲ ਫੜੀ, ਮੈਂ ਉਹਦੇ ਹੱਥ ਫੜ ਲਏ ਠੀਕ ਹੈ। ਤਾਂ ਕਿ ਉਹ ਹਿੱਲਣ ਜੁਲਣ ਦੀ ਕੋਸ਼ਿਸ਼ ਨਾ ਕਰੇ। ਸਰ ਮੈਂ ਉਹਦੇ ਹੱਥ ਫੜੇ ਹੋਏ ਸੀ। ਫਰਾ ਗੱਲ ਕਰਦੀ ਪਈ ਸੀ ਉਹਦੇ ਨਾਲ ਕਿ ਸ਼ਾਹਦ ਤੂੰ ਮੈਨੂੰ ਪੈਸੇ ਦੇ ਦਿੰਦਾ, ਤੂੰ ਮੈਨੂੰ ਜ਼ਲੀਲ ਨਾ ਕਰਦਾ, ਤੂੰ ਮੈਨੂੰ ਪ੍ਰਾਪਰਟੀਆਂ ਦੇ ਦਿੰਦਾ, ਤੂੰ ਆਪ ਸਾਰੇ ਸਕੂਨ ਕਰਨਾ ਪਿਆ, ਟੈਨਸ਼ਨ ਫਰੀ ਹੈ, ਤੂੰ ਕਾਰੋਬਾਰ ਕਰ ਰਿਹਾ, ਮੈਂ ਜ਼ਲੀਲ ਹੁੰਨੀ ਪਈ ਹਾਂ, ਤੂੰ ਮੈਨੂੰ ਉਹੀ ਜਿਹੜੇ ਕਿਰਾਏ ਹੁੰਦੇ ਨੇ ਦੇ ਕੇ ਮੈਨੂੰ ਵਿਹਲਾ ਕਰ ਦਿੰਦਾ, ਆਪ ਤੂੰ ਸੈੱਟ ਹੋ ਗਿਆ, ਅਸੀਂ ਉੱਥੇ ਦੇ ਉੱਥੇ ਹੀ ਆ, ਇੰਝ ਉਂਝ। ਸਰ ਇੰਨੀ ਗੱਲਾਂ ਹੋ ਰਹੀਆਂ ਸੀ। ਉਨੀ ਦੇਰ 'ਚ ਉਹ ਸ਼ਾਹਦ ਹਿੱਲਿਆ। ਸਰ ਉਹ ਜਦੋਂ ਹਿੱਲਿਆ ਨਾ ਤੇ ਇਹਨੇ ਟ੍ਰਿਗਰ ਦਬਾਤਾ। ਸਰ ਉਹਦੀ ਗੋਲੀ ਉਸੇ ਟਾਈਮ ਆਰ ਪਾਰ ਹੋ ਗਈ। ਕਿੱਥੇ ਖਲੋਤੇ ਹੋਏ ਸੀ? ਸਰ ਗੱਡੀ 'ਚ ਬੈਠੇ ਹੋਏ ਸੀ। ਅੱਛਾ, ਕਿਹੜੀ ਗੱਡੀ 'ਚ? ਸਰ ਸ਼ਾਹਦ ਵਾਲੀ। ਕਿਹੜੀ ਜਗ੍ਹਾ ਤੇ ਗੱਡੀ ਖਲੋਤੀ ਸੀ? ਸਰ ਸਟੇਸ਼ਨ ਤੇ। ਸਟੇਸ਼ਨ ਦੇ ਉੱਤੇ ਰਸ਼ ਹੈਗਾ ਸੀ? ਨਹੀਂ ਸਰ, 9 9:30 ਦਾ ਟਾਈਮ ਸੀ ਉਸ ਟਾਈਮ ਤੇ ਉਧਰ ਕੋਈ ਵੀ ਨਹੀਂ ਸੀ ਸਰ। ਸਟੇਸ਼ਨ ਤੋਂ ਥੋੜਾ ਜਿਹਾ ਅੱਗੇ ਰਾਤ ਦਾ ਟਾਈਮ ਸੀ? ਰਾਤ ਦਾ ਟਾਈਮ ਸੀ, ਤਕਰੀਬਨ 9 9:30 ਵਜੇ ਦਾ ਟਾਈਮ। ਫਿਰ ਉਹਦੇ ਬਾਅਦ ਸਰ ਗੱਡੀ 'ਚ ਧੂੰਆਂ ਵਗੈਰਾ ਹੋ ਗਿਆ। ਫਿਰ 2-3 ਮਿੰਟ ਗੋਲੀ ਦਾ ਧੂੰਆਂ ਹੁੰਦਾ ਹੈ? ਹਾਂਜੀ ਪਿਸਤੌਲ ਸੀ ਫਿਰ? ਸਰ ਹਵਾ ਧੂੰਆਂ ਹੋ ਗਿਆ ਸੀ ਗੱਡੀ 'ਚ ਸਰ, ਬੰਦ ਸੀ। ਉਹਦੇ ਬਾਅਦ ਆਵਾਜ਼ ਕਾਫੀ ਗੂੰਜੀ ਸੀ ਸਰ, ਕੰਨ ਕਿੱਥੇ ਵਗੈਰਾ। ਵੱਜੀ ਗੋਲੀ? ਸਰ ਦਿਮਾਗ 'ਚ ਵੱਜੀ ਸਰ। ਦਿਮਾਗ 'ਚ। ਹਾਂਜੀ ਸਰ। ਉਹਦੇ ਬਾਅਦ ਫਰਾ ਉਤਰੀ ਏ ਡਰਾਈਵਿੰਗ ਸੀਟ ਤੋਂ, ਮੈਂ ਬੈਕ ਸੀਟ ਤੋਂ ਉਤਰਿਆ। ਮੈਂ ਪਿਸਟਲ ਫੜੀ ਉਹਦੇ ਕੋਲ, ਪਿਸਟਲ ਫੜ ਕੇ ਮੈਂ ਉੱਥੇ ਡਰਾਈਵਿੰਗ ਸੀਟ ਤੇ ਰੱਖੀ ਏ। ਮੈਂ ਕਿਹਾ ਤੂੰ ਜਾ ਪਿੱਛੇ ਗੱਡੀ 'ਚ ਬਹਿ। ਸਰ ਉਹ ਜਾ ਕੇ ਪਿੱਛੇ ਗੱਡੀ 'ਚ ਬੈਠੀ ਏ। ਮੈਂ ਦੂਸਰੀ ਸਾਈਡ ਤੇ ਗਿਆ, ਸੀਟ ਲਿਟਾ ਕੇ ਉਹਨੂੰ ਬੈਕ ਸੀਟ ਤੇ ਕੀਤਾ। ਬੈਕ ਸੀਟ ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਇੱਥੋਂ ਜ਼ਰਾ ਤੁਸੀਂ ਜਾਓ। ਸਰ ਇਹ ਉੱਧਰ ਨੂੰ ਨਿਕਲ ਗਏ ਨੇ। ਮੈਂ ਉੱਥੇ ਤਕਰੀਬਨ 5-10 ਮਿੰਟ ਘੁੰਮਦਾ ਰਿਹਾ। ਮੈਨੂੰ ਹੁਣ ਸਮਝ ਨਾ ਆਏ ਕਿ ਮੈਂ ਇਹਨੂੰ ਲਾਸ਼ ਬੋਡੀ ਕਿੱਥੇ ਲੈ ਕੇ ਜਾਵਾਂ। ਸਰ ਮੈਂ ਕਿੰਨੀ ਦੇਰ ਉੱਥੇ, ਫਿਰ ਇਹਨਾਂ ਨੇ ਮੈਨੂੰ ਸਮਝਾਇਆ ਅਸੀਂ ਬਾਹਰ ਹੈਗੇ ਹਾਂ, ਮੈਂ ਇੱਥੇ ਦਾ ਰਿਹਾਇਸ਼ੀ ਨਹੀਂ ਨਾ, ਮੈਨੂੰ ਜਗ੍ਹਾ ਵਗੈਰਾ ਦਾ ਨਹੀਂ ਇੰਨਾ ਪਤਾ। ਤੂੰ ਲਾਹੌਰ ਕਿੱਥੇ ਰਹਿੰਦਾ? ਸਰ ਮੈਂ ਲਾਹੌਰ ਮੁਗਲਪੁਰਾ। ਸਰ ਉਹਦੇ ਬਾਅਦ ਮੈਂ ਬਾਹਰ ਜਾ ਕੇ ਇਹਨਾਂ ਨੂੰ ਮਿਲਿਆ। ਬਾਹਰ ਜਾ ਕੇ ਮੈਂ ਗੱਡੀ ਖੜੀ ਕੀਤੀ ਹੈ ਤੇ ਫਰਾ ਨੂੰ ਮੈਂ ਕਿਹਾ ਮੇਰੇ ਕੋਲ ਗੱਡੀ ਨਹੀਂ ਚੱਲਦੀ ਪਈ ਤੇ ਲਿਹਾਜ਼ਾ ਨਾ ਉਹ ਪਿੱਛੇ ਡੈੱਡ ਬੋਡੀ ਵੀ ਹੈ ਤੇ ਤੂੰ ਆ ਕੇ ਨਾ ਚਲਾ। ਸਰ ਫਰਾ ਉਤਰ ਕੇ ਫਿਰ ਆ ਗਈ। ਫਿਰ ਫਰਾ ਨੇ ਡਰਾਈਵ ਕੀਤੀ। ਤੇਰਾ ਨੂੰ ਆਂਦੀ ਗੱਡੀ ਚਲਾਣੀ ਹੈਗੀ ਉਹਦੇ ਕੋਲ? ਹਾਂਜੀ ਸਰ। ਕਿਹੜੀ? ਹੋਂਡਾ ਸਿਟੀ ਸਰ। ਉਹ ਪਿੱਛੇ ਉਸੇ ਗੱਡੀ ਤੇ ਸੀ? ਜੀ ਸਰ ਜੀ। ਇਹ ਵੀ ਹੋਂਡਾ ਤੇ ਸੀ? ਜੀ ਸਰ। ਠੀਕ ਹੈ। ਸਰ ਇਹ ਹੋਂਡਾ ਸਿਵਿਕ ਤੇ ਸੀ, ਉਹ ਹੋਂਡਾ ਸਿਟੀ ਤੇ ਸੀ। ਸਰ ਫਰਾ ਆ ਗਈ ਸ਼ਾਹਦ ਦੀ ਗੱਡੀ 'ਚ, ਮੈਂ ਉਹਦੇ ਨਾਲ ਵਾਲੀ ਸੀਟ ਤੇ ਬਹਿ ਗਿਆ। ਸਰ ਦੂਜੀ ਗੱਡੀ ਸ਼ੁਬਾਜ਼ ਕੋਲ ਸੀ, ਸ਼ੁਬਾਜ਼ ਲੈ ਕੇ ਅੱਗੇ ਚਲਾ ਗਿਆ। ਸਰ ਥੋੜ੍ਹਾ ਜਿਹਾ ਅੱਗੇ ਗਏ, ਉਹਨੂੰ ਪੁੱਛਿਆ ਕੀ ਕਰਨਾ ਕੀ ਨਹੀਂ। ਸਰ 15-20 ਮਿੰਟ ਉੱਧਰ ਘੁੰਮਦੇ ਰਹੇ। ਘੁੰਮ ਕੇ ਫਿਰ ਸੋਚਿਆ, ਉਹਨੇ ਕਿਹਾ ਮੇਰੇ ਘਰ ਦੇ ਪਿੱਛੇ ਨਾ ਇੱਕ ਪਲਾਟ ਤਿਆਰ ਹੋ ਰਿਹਾ, ਉਹਦੀਆਂ ਨਾ ਨੀਹਾਂ ਪਈਆਂ ਨੇ, ਯਾਨੀ ਕਿ ਮਿੱਟੀ ਵਗੈਰਾ ਪਾਈ ਹੈ ਅਤੇ ਉਹ ਕੱਚੀ ਮਿੱਟੀ ਹੋਏਗੀ, ਅਸੀਂ ਇਹਨੂੰ ਉੱਥੇ ਜਾ ਕੇ ਦਫਨ ਕਰ ਦਿੰਦੇ ਹਾਂ। ਸਰ ਫਿਰ ਅਸੀਂ ਇਹਨੂੰ ਮਾਸਟਰ ਸਿਟੀ ਸਿੱਧਾ ਲੈ ਗਏ। ਉੱਥੇ ਲੈ ਕੇ ਜਾ ਕੇ ਮੈਂ ਤੇ ਸ਼ੁਬਾਜ਼ ਨੇ ਕਬਰ ਵਗੈਰਾ ਖੋਦ ਕੇ, ਸਰ ਕਈਆਂ ਵਗੈਰਾ ਵੀ ਉੱਥੇ ਹੀ ਪਈਆਂ ਸੀ ਮਜ਼ਦੂਰਾਂ ਦੀਆਂ ਨਾ। ਠੀਕ ਹੈ। ਸਰ ਉਹ ਕਬਰ ਵਗੈਰਾ ਖੋਦ ਕੇ ਉਹਦੇ ਬਾਅਦ ਇਹ ਗੱਡੀ ਲੈ ਕੇ 2-2.5 ਘੰਟੇ ਨਾ ਉੱਥੇ ਮਾਸਟਰ ਸਿਟੀ 'ਚ ਹੀ ਘੁੰਮਦੀ ਰਹੀ। ਫਰਾ ਕਿਉਂਕਿ ਉਹਦੇ ਡੈੱਡ ਬੋਡੀ ਸੀ ਨਾ, ਤੇ ਉੱਥੇ ਖੜੇ ਹੁੰਦੇ ਹੀ ਉਹ ਗਾਰਡ ਫਿਰਦੇ ਨੇ, ਉਹਨੇ ਕਿਹਾ ਕੋਈ ਵੇਖ ਨਾ ਲੇ। 2-2.5 ਘੰਟੇ ਉੱਥੇ ਮਾਸਟਰ ਸਿਟੀ ਰਾਉਂਡ ਹੁੰਦੀ ਰਹੀ ਤੇ ਅਸੀਂ ਉਨੀ ਦੇਰ ਕਬਰ ਖੋਦ ਕੇ ਸਰ ਮੈਨੂੰ ਫੋਨ ਕੀਤਾ, ਇਹ ਆਈ ਹੈ। ਫਿਰ ਉਹਦੇ ਬਾਅਦ ਸਰ ਅਸੀਂ ਉਹਨੂੰ ਖਿੱਚਿਆ, ਗੱਡੀ 'ਚੋਂ ਬਾਹਰ ਕੱਢਿਆ। ਇਹਨੇ ਮੈਂ ਤੇ ਸਰ ਨਾਲ ਥੋੜਾ ਫਰਾ ਨੇ ਹੱਥ ਲਾਇਆ, ਖਿੱਚ ਕੇ ਸਰ ਫਿਰ ਅਸੀਂ ਲਿਆ ਕੇ ਨਾ ਉਹਨੂੰ ਮਿੱਟੀ 'ਚ ਪਾ ਕੇ ਉਤੋਂ ਸਰ ਅਸੀਂ ਮਿੱਟੀ ਪਾ। नाजरीन, ये वो आशिक है जिसने अपनी महबूबा के कहने पर उसके देवर को कत्ल किया है, लेकिन ये कहता है कि उसने अपनी महबूबा के साथ निकाह भी कर लिया था, लेकिन निकाह के ऊपर निकाह किस तरह से हो जाता है, ये तफसीलात भी इसकी ज़ुबानी जानेंगे। बाकी पुलिस की तफ्तीश में ये बताया जा रहा है कि फ़रा ने प्री प्लान ये कत्ल की वारदात प्लानिंग की और उसके बाद कत्ल की। ਤੁਹਾਡਾ ਮਕਸਦ ਕੀ ਸੀ ਉਹਨੂੰ ਅਗਵਾ ਕਰਨ ਦਾ? ਅਗਰ ਇਹ ਚੀਜ਼ਾਂ ਲੈਣੀਆਂ ਸੀ, ਉਹਨੇ ਵੇਖ ਵੀ ਲਿਆ ਤੇ ਕੀ ਹੋਇਆ? ਉਹਨੂੰ ਅਗਵਾ ਕਰਕੇ ਤੁਸੀਂ ਵੇਖਾਣਾ ਹੀ ਸੀ ਉਹਨੂੰ ਆਪਣਾ। ਉਹਨੇ ਜਦੋਂ ਵੇਖ ਲਿਆ ਨਾ, ਕਿਉਂਕਿ ਮੈਂ ਤੇ ਨਕਾਬ ਮੈਨੂੰ ਉਹਦੇ ਤੋਂ ਪਹਿਲੇ ਦਾ ਪਲਾਨ ਕੀ ਸੀ? ਚੱਲ ਇਹ ਤੇ ਅਚਾਨਕ ਕਤਲ ਹੋਇਆ ਨਾ, ਤੇਰੀ ਮੰਨ ਲੈਨੇ। ਮੈਨੂੰ ਉਹ ਸ਼ਾਹਦ ਪਹਿਚਾਨਦਾ ਹੀ ਨਹੀਂ ਸੀ। ਮੈਂ ਕੀ ਕਰਨਾ ਸੀ ਫਿਰ? ਮੈਨੂੰ ਨਹੀਂ ਜਾਣਦਾ। ਕੀ ਡਰਾਣਾ ਸੀ? ਸਰ ਡਰਾਉਣ ਦਾ ਮਕਸਦ ਉਹਦਾ ਇਹੀ ਸੀ ਕਿ ਮੈਂ ਇਹਦੇ ਕੋਲੋਂ ਨਾ ਪੇਪਰਾਂ ਦਾ ਪੁੱਛਣਾ ਕਿ ਇਹਨੇ ਪੇਪਰ ਕਿੱਥੇ ਰੱਖੇ ਨੇ, ਘਰ ਰੱਖੇ ਨੇ, ਕੀ ਕੀਤਾ ਹੈ ਕੀ ਨਹੀਂ।
ਸਰ ਉਹ ਇਹੀ ਚਾਹੁੰਦੀ ਸੀ ਕਿ ਮੈਂ ਕਿਸੇ ਤਰ੍ਹਾਂ ਨਾ ਇਹਦੇ ਕੋਲ ਆਪਣੇ ਪੇਪਰ ਵਗੈਰਾ ਸਾਰੇ ਲਾਂ। ਕਿਹੜੇ ਪੇਪਰ? ਸਰ ਪ੍ਰਾਪਰਟੀਆਂ ਦੇ। ਅੱਛਾ, ਉਹ ਕਿਹਦੀਆਂ ਸੀ ਪ੍ਰਾਪਰਟੀ? ਸਰ ਇਹਨਾਂ ਦੀਆਂ ਸੀ, ਇਹਦੇ ਬੱਚਿਆਂ ਦੇ ਨਾਂ ਸੀ, ਬੰਦੇ ਦੇ ਨਾਂ ਸੀ ਜਿਹੜਾ ਪਹਿਲਾਂ। ਸਰ ਉਹ ਸਾਰੇ ਯਾਨੀ ਕਿ ਤਕਰੀਬਨ ਕੋਈ 10-12 ਕਰੋੜ ਦੀ ਪ੍ਰਾਪਰਟੀਆਂ ਸੀ। ਉਹੀ ਉਹਨੇ ਕਿਹਾ ਸੀ ਦੋਨੋਂ ਮਾਲਾ ਮਾਲ ਹੋ ਜਾਾਂਗੇ, ਫਿਰ ਅਯਾਸ਼ੀ ਕਰਾਂਗੇ ਮਿਲ ਕੇ, ਪਹਿਲੇ ਇਹ ਲੈ ਲਈਏ। ਇਹ ਵੇਚ ਵੂਚ ਕੇ ਉਹਦੇ ਬਾਅਦ ਕਾਰੋਬਾਰ ਵਗੈਰਾ ਕਰ ਲਾਂਗੇ ਇੰਝ ਉਂਝ। ਸਰ ਉਹਨੇ ਲਾਲਚ ਦਿੱਤੀ ਸੀ ਸਾਨੂੰ ਕਿ ਅਸੀਂ ਕਾਰੋਬਾਰ ਵਗੈਰਾ ਕਰਾਂਗੇ ਇੰਝ ਉਂਝ। ਬਸ ਇਹਨੂੰ ਡਰਾ ਧਮਕਾ ਕੇ ਇੱਕ ਵਾਰੀ ਇਹਦੇ ਕੋਲ ਪ੍ਰਾਪਰਟੀਆਂ ਦਾ ਪੁੱਛ ਲਈਏ, ਪੇਪਰਾਂ ਵਗੈਰਾ ਦਾ ਪੁੱਛ ਲਈਏ। ਜਦੋਂ ਪੇਪਰ ਵਗੈਰਾ ਸਾਨੂੰ ਪਤਾ ਲੱਗ ਜਾਣਗੇ ਨਾ, ਫਿਰ ਅੱਲਾ ਖੈਰ ਕੀਤੀ। ਫਿਰ ਤੂੰ ਗੈਰਤਮੰਦ ਸ਼ਖਸ, ਤੂੰ ਤੇ ਦੂਸਰੀ ਸ਼ਾਦੀ ਕਰ ਲਈ ਹੈ। ਵੈਸੇ ਤਾਂ ਤੇਰੀ ਮਹਿਬੂਬ ਹੈ ਪੁਲਿਸ ਰਿਕਾਰਡ ਦੇ ਮੁਤਾਬਿਕ, ਲੇਕਿਨ ਤੇਰੇ ਮੁਤਾਬਕ ਅਸੀਂ ਮੰਨ ਲੈਂਦੇ ਤੇਰੀ ਗੱਲ। ਫਿਰ ਆਪਣੀ ਔਰਤ ਦੇ ਹੱਥ 'ਚ ਪਿਸਤੌਲ ਦੇ ਰਹੇ ਆ, ਉਹਦੇ ਕੋਲ ਬੰਦਾ ਕਤਲ ਕਰਾ ਰਹੇ ਆ, ਫਿਰ ਤੂੰ ਕਹਿ ਰਿਹਾ ਅਚਾਨਕ ਗੋਲੀ ਚੱਲ ਗਈ। ਅਚਾਨਕ ਜਦੋਂ ਗੋਲੀ ਚੱਲਦੀ ਹੈ ਨਾ, ਜਾਂ ਮਤਲਬ ਉਹ ਹਿੱਲਿਆ, ਤੇ ਉਸ ਤੋਂ ਬਾਅਦ ਉਹ ਸ਼ੋਰ ਪਾਉਂਦੀ, ਪਰੇਸ਼ਾਨ ਹੋ ਜਾਂਦੀ, ਉਹ ਤੇ ਤਸੱਲੀ ਦੇ ਨਾਲ ਸਫਾਕ ਕਾਤਲ ਹੋ ਤੁਸੀਂ ਉਹਦੀ ਲਾਸ਼ ਨੂੰ ਲੈ ਕੇ ਘੁੰਮਦੇ ਰਹੇ। ਸਰ ਉਹਦੀ ਲਾਸ਼ ਨੂੰ ਲੈ ਕੇ ਉਹੀ ਘੁੰਮਦੀ ਰਹੀ। ਅਸੀਂ 3 ਘੰਟੇ ਕਬਰ ਦਫਨਾਉਂਦੇ ਰਹੇ ਹਾਂ, ਉਹ ਕੱਲੀ ਹੀ ਉਹਦੀ ਲਾਸ਼ ਲੈ ਕੇ ਫਿਰਦੀ ਰਹੀ ਹੈ। ਅੱਛਾ ਜੀ। ਜੀ ਸਰ। ਲਾਸ਼ ਹੀ ਲੈ ਕੇ ਘੁੰਮਦੀ ਰਹੀ। ਇੰਨੀ ਸਫਾਕ ਤੇਰੀ ਮਹਿਬੂਬ ਹੈ। ਸਰ ਉਹਨੇ ਸ਼ੁਰੂ ਤੋਂ ਹੀ ਇੱਕ ਪਲਾਨ ਬਣਾਇਆ ਹੋਇਆ ਸੀ। ਜਦੋਂ ਇਹਨਾਂ ਨਾਲ ਲੜਾਈਆਂ ਹੋਈਆਂ, ਸਾਨੂੰ ਤੇ ਇਹ ਚੀਜ਼ਾਂ ਨਹੀਂ ਪਤਾ, ਸਾਨੂੰ ਤੇ ਅੱਜ ਪਤਾ ਲੱਗ ਰਹੀਆਂ ਕਿ ਸ਼ੁਰੂ ਤੋਂ ਹੀ ਉਹਦਾ ਇੱਕ ਪਲਾਨ ਚੱਲਦਾ ਪਿਆ ਸੀ। ਸਰ ਸਾਨੂੰ ਉਹਨੇ ਜਿਸ ਤਰ੍ਹਾਂ ਗਾਈਡ ਕੀਤਾ, ਜਿੰਜ ਸਮਝਾਇਆ ਕਿ ਇੰਜ ਇੰਜ ਕਰਨਾ, ਅਸੀਂ ਉਂਝ ਉਂਝ ਉਹਦੇ ਨਾਲ ਕਰਦੇ ਰਹੇ। ਠੀਕ ਹੈ, ਫਿਰ ਤੁਸੀਂ ਦੋਨਾਂ ਨੇ ਕਬਰ ਖੋਦੀ? ਜੀ ਸਰ। ਫਿਰ ਕਬਰ ਖੋਦ ਕੇ ਸਰ ਅਸੀਂ ਫਿਰ ਉਹਨੂੰ ਗੱਡੀ 'ਚੋਂ ਕੱਢ ਕੇ ਉਹਦੇ 'ਚ ਦਫਨਾ ਕੇ ਮਿੱਟੀ ਪਾਤੀ। ਫਿਰ ਸਰ ਐਨ ਭਾਈ ਨੂੰ ਅਸੀਂ ਇੱਥੇ ਆ ਕੇ ਛੱਡ ਕੇ ਤੇ ਅਸੀਂ ਵਾਪਸ ਚਲੇ ਗਏ। ਇਹ ਪੁੱਛਿਆ ਨਹੀਂ ਤੇਰੇ ਮੁਤਾਬਕ ਤੇਰੀ ਬੀਵੀ ਕੋਲੋਂ ਕਿ ਇਹ ਕੌਣ ਹੈ? ਸਰ ਉਹ ਕਹਿੰਦੀ ਹੈ ਇਹਦੇ ਕੋਲ ਮੈਂ ਗੱਡੀ ਵਗੈਰਾ ਵਾਸ਼ ਕਰਾਨੀ ਆ, ਇਹ ਭਰਾ ਹੈਗਾ ਮੇਰਾ, ਤੇ ਇਹ ਹਰ ਤਰ੍ਹਾਂ ਸਾਡੀ ਹੈਲਪ ਕਰੇਗਾ। ਅੱਛਾ ਠੀਕ ਹੈ, ਇਹਨੂੰ ਲਾਤਾ। ਫਿਰ ਕਿੱਥੇ ਗਏ? ਸਰ ਉਹਦੇ ਬਾਅਦ ਮਾਸਟਰ ਸਿਟੀ ਵਾਪਸ ਚਲੇ ਗਏ। ਫਿਰ ਕੀ ਕੀਤਾ ਜੀ? ਸਰ ਫਿਰ ਉਹਦੇ ਬਾਅਦ ਉਹਦੀ ਗੱਡੀ ਵਗੈਰਾ ਸਾਫ਼ ਕਰਕੇ ਸਵੇਰ ਲੈ ਕੇ ਮੈਂ ਲਾਹੌਰ ਚਲਾ ਗਿਆ। ਸਭ ਉੱਥੇ ਜਾ ਕੇ ਵਾਸ਼ ਵੂਸ਼ ਕਰਾ ਕੇ ਸ਼ੀਸ਼ਾ ਪਵਾ ਕੇ ਤੇ ਸਰ ਮੈਂ ਉਹਨੂੰ ਫਿਰ ਸਟੈਂਡ ਤੇ ਖੜਾ ਕਰਤਾ। ਸਰ ਇਕੱਠੇ ਸੁੱਤੇ ਉਸ ਦਿਨ? ਜੀ ਸਰ। ਕਤਲ ਕਰਕੇ ਇਕੱਠੇ ਸੁੱਤੇ ਹੋ? ਨਹੀਂ ਸਰ, ਸੁੱਤੇ ਨਹੀਂ। ਹਾਂ ਸਰ ਜਾਗਦੇ ਰਹੇ। ਗੱਡੀ ਗੁੱਡੀ ਸਾਫ਼ ਕੀਤੀ ਸਰ, ਉਹਦੀ ਪੂਰੀ ਗੱਡੀ ਖੂਨ ਨਾਲ ਭਰੀ ਸੀ। ਗੱਡੀ ਗੁੱਡੀ ਸਾਫ਼ ਕਰਕੇ ਸਰ ਫਿਰ ਸਵੇਰ ਫਜਰ ਟਾਈਮ ਮੈਂ ਇੱਥੋਂ ਨਿਕਲ ਗਿਆ ਗੱਡੀ ਲੈ ਕੇ। ਅੱਛਾ ਸਵੇਰ? ਹਾਂਜੀ ਸਰ। ਫਿਰ ਕੀ ਕੀਤਾ? ਫਿਰ ਜਾ ਕੇ ਸਰ ਅਗਲੇ ਦਿਨ ਸਵੇਰ ਉਹਦਾ ਸ਼ੀਸ਼ਾ ਵਗੈਰਾ ਪਵਾਇਆ, ਗੱਡੀ ਸਾਰੀ ਵਾਸ਼ ਕਰਾਈ ਅੰਦਰੋਂ, ਕਰਵਾ ਕਰਵੂ ਕੇ ਤੇ ਸਰ ਉਹਨੂੰ ਜਾ ਕੇ ਸਟੈਂਡ ਤੇ ਪਾਰਕਿੰਗ ਤੇ ਖੜਾ ਕਰਤਾ। ਲਾਹੌਰ 'ਚ ਹੀ? ਜੀ ਸਰ। ਠੀਕ ਹੈ। ਇਹਦੀ ਗੱਡੀ ਸੀ ਫਰਾ ਦੀ? ਜੀ ਨਹੀਂ ਸਰ, ਉਹ ਸ਼ਾਹਦ ਦੀ ਸਰ। ਚਾਹਤ ਦੀ ਗੱਡੀ ਲੈ ਗਏ ਆ ਤੂੰ ਨਾਲ? ਲੈ ਕੇ। ਲਾਹੌਰ ਲੈ ਗਏ? ਜੀ ਸਰ। ਫਿਰ ਫੜਿਆ ਕਿੰਜ ਗਿਆ? ਸਰ ਮੈਂ ਆਪਣੇ ਸਸੁਰਾਲ ਬੈਠਾ ਸੀ, ਖਾਣਾ ਸ਼ਾਨਾ ਖਾ ਰਿਹਾ ਸੀ ਤੇ ਸਰ ਉਧਰੋਂ ਨਾਲ ਹੀ ਉੱਤੇ ਪੁਲਿਸ ਵਾਲੇ ਆ ਗਏ। ਉਹਨਾਂ ਨੇ ਆ ਕੇ ਮੈਨੂੰ ਫੜਿਆ ਤੇ ਉਹਦੇ ਬਾਅਦ ਇੱਧਰ ਲੈ ਆਏ। ਸਰ ਉਹਨਾਂ ਨੂੰ ਗੱਡੀ ਦਾ ਦੱਸਿਆ, ਇੱਥੇ ਗੱਡੀ ਖਲੋਤੀ ਹੈ ਲਾਹੌਰੋਂ ਹੀ? ਹਾਂਜੀ ਸਰ। ਉਹਨਾਂ ਨੂੰ ਗੱਡੀ ਬਰਾਮਦ ਕਰਾਈ। ਫਿਰ ਉਹਦੇ ਬਾਅਦ ਸਰ ਫਰਾ ਨੇ ਦੱਸਿਆ ਕਿ ਸ਼ੁਬਾਜ਼ ਇੱਥੇ ਹੈਗਾ। ਫਿਰ ਉਹ ਮੈਨੂੰ ਵੀ ਨਾਲ ਲੈ ਕੇ ਗਏ। ਫਿਰ ਇਹਨੂੰ ਸਰ ਫੜਿਆ। ਉਹਦੇ ਬਾਅਦ ਸਿੱਧਾ ਲੈ ਗਏ ਉੱਥੇ ਮਾਸਟਰ ਸਿਟੀ। ਫਿਰ ਉੱਥੋਂ ਸਰ ਲਾਸ਼ ਉਹਨਾਂ ਨੂੰ ਬਰਾਮਦ ਕਰਾਈ ਕਿ ਇੱਥੇ ਲਾਸ਼ ਹੈ। ਸਰ ਲਾਸ਼ ਵਗੈਰਾ ਬਰਾਮਦ ਕਰਾ ਕੇ ਉਹਦੇ ਬਾਅਦ ਉਹਨਾਂ ਨੇ ਪੁੱਛਿਆ ਕਤਲ ਕਿਹਨੇ ਕੀਤਾ? ਸਰ ਮੈਂ ਕਿਹਾ ਇਹਨੇ ਕੀਤਾ ਹੈ। ਸਰ ਉਹਨਾਂ ਨੇ ਇਹਨੂੰ ਪੁੱਛਿਆ। ਲਾਸ਼ ਬਰਾਮਦ ਕਰਾਈ ਤੁਸੀਂ? ਹਾਂਜੀ ਸਰ। ਠੀਕ ਹੈ। ਫਿਰ ਸਰ ਇਹਨੇ ਕਿਹਾ ਕਿ ਉਮਰ ਨੇ ਕੀਤਾ। ਤੂੰ ਕਿਹਾ ਫਰਾ ਨੇ ਕੀਤਾ? ਨਹੀਂ ਸਰ, ਮੈਂ ਇਹਦੇ ਤੇ ਪਾਤਾ, ਮੈਂ ਕਿਹਾ ਇਹਨੇ ਕੀਤਾ। ਹਾਂਜੀ ਮੈਂ ਇਹਦੇ ਕਹਿਤਾ, ਮੈਂ ਕਿਹਾ ਇਹਨੇ ਕੀਤਾ। ਸਰ ਉਹਦੇ ਬਾਅਦ ਉਹਨਾਂ ਨੇ ਫਰਾ ਨੂੰ ਪੁੱਛਿਆ ਕਿਹਨੇ ਕੀਤਾ? ਫਰਾ ਨੇ ਕਿਹਾ ਉਮਰ ਨੇ ਕੀਤਾ। ਸਰ ਇਹਨੂੰ ਪੁੱਛਿਆ, ਇਹਨੇ ਕਿਹਾ ਉਮਰ ਨੇ ਕੀਤਾ। ਉਹਨਾਂ ਨੇ ਫਿਰ ਮੈਨੂੰ ਕਾਫੀ ਮਾਰਦੇ ਰਹੇ। ਫਿਰ ਮੈਂ ਉਹਨਾਂ ਨੂੰ ਕਿਹਾ ਫਰਾ ਨੇ ਕੀਤਾ। ਕਹਿੰਦੇ ਨਹੀਂ, ਉਹ ਦੋਨੋਂ ਹੀ ਕਹਿ ਰਹੇ ਨੇ ਕਿ ਤੂੰ ਕੀਤਾ। ਸਰ ਮੈਂ ਉਹਨਾਂ ਨੂੰ ਕਹਿੰਦਾ ਰਿਹਾ ਨਹੀਂ ਮੈਂ ਨਹੀਂ ਕੀਤਾ। ਸਰ ਤਕਰੀਬਨ 3-4 ਘੰਟੇ ਮੈਨੂੰ ਲਗਾਤਾਰ ਮਾਰਦੇ ਰਹੇ। ਮੈਂ ਕਿਹਾ ਹਾਂਜੀ ਮੈਂ ਕੀਤਾ ਸਰ, ਮੈਂ ਕੀਤਾ। ਇੰਜ ਵਾਰਦਾਤ ਹੋਈ, ਇੰਜ ਮੈਂ ਕੀਤਾ। ਮੈਂ ਉਹਨਾਂ ਨੂੰ ਫਿਰ ਆਪਣੇ ਤੇ ਮੈਂ ਕਿਹਾ ਮੈਂ ਹੀ ਗੋਲੀ ਮਾਰੀ ਸੀ ਸਰ। ਅੱਛਾ। ਹਾਂਜੀ। ਤੇਰੇ ਬੱਚੇ ਹੈਗੇ? ਯਾਰ ਜੀ ਸਰ। 3? ਕਿੰਨਾ ਵੱਡੀ ਉਮਰ? ਸਰ ਇੱਕ 5 ਸਾਲ ਦਾ ਹੈ, ਇੱਕ ਬੇਟੀ ਹੈ 2.5 ਸਾਲ ਦੀ, ਇੱਕ 9 ਮਾਹ ਦਾ ਬੇਟਾ ਹੈ। ਕਿਸ ਮਤਲਬ ਕਿ ਕਿਹੜੀ ਸ਼ਕਲ ਲੈ ਕੇ ਕਦੀ ਆਪਣੇ ਬੱਚਿਆਂ ਦੇ ਸਾਹਮਣੇ ਜਾਏਗਾ? ਸਰ ਉਹ ਜਿਹਨੂੰ ਮਾਰੇ ਹੀ ਉਹਦੇ ਕਿੰਨੇ ਬੱਚੇ? ਸਰ ਪਤਾ ਨਹੀਂ। ਤੂੰ ਤੇ ਜ਼ਿੰਦਾ ਹੈ, ਉਹਦੇ ਬੱਚੇ ਤੇ ਲੱਭਦੇ ਹੋਣਗੇ ਕਿ ਸਾਡਾ ਪਿਓ ਕਿੱਥੇ ਚਲਾ ਗਿਆ। ਜੀ ਸਰ। ਕੀ ਜੀ ਸਰ? ਸਰ ਗੁਨਾਹ ਕੀਤਾ। ਕੋਈ ਗੱਲ ਦੱਸ ਨਾ ਅੱਗੋਂ, ਕੋਈ ਸ਼ਰਮਿੰਦਗੀ ਤੈਨੂੰ ਹਜੇ ਵੀ ਨਹੀਂ ਹੈਗੀ? ਜੀ ਸਰ। ਤੂੰ ਤੇ ਸ਼ਾਦੀ ਕੀਤੀ ਹੈ, ਠੋਕ ਕੇ ਕਹਿ ਰਹੇ ਆ, ਤੇ ਸ਼ਾਦੀ ਨਿਕਾਹ ਦੇ ਉੱਤੇ ਨਿਕਾਹ ਤੇ ਹੁੰਦਾ ਹੀ ਨਹੀਂ।
सर एक पल नहीं सो सकते सर, हर टाइम रोने हैं सर, रब को दुआ करने माफ़ कर दे सर। सर साढ़े को गुनाह होया है सर, ਹੁਣ ਦੁਆਵਾਂ ਯਾਦ ਆ ਰਹੀਆਂ सर असी गुनाहगार ਤੇ होंगे। ਫਿਰ ਤੇ ਤੇਰੀ ਬੇਗਮ ਹੈਗੀ ਹੈ ਨਾ, ਬੀਵੀ ਹੈ ਤੇਰੀ, मेरी कोई बीवी नहीं सर। ਤੇ ਆਪੇ ਹੀ ਤਾਂ ਕਹਿ ਰਹੇ ਆ ਤੇਰੀ ਬੀਵੀ ਹੈ। नहीं सर, मर जाए मेरे को, मेरी कोई बीवी नहीं सर। ਤੇ ਹੁਣ ਕੀ ਬਣੇਗਾ ਅੱਗੇ ਤੇਰਾ ਮੁਸਤਕਬਿਲ, ਤੇਰੇ ਬੱਚਿਆਂ ਦਾ ਮੁਸਤਕਬਿਲ? ਬੇਟੀ ਵੀ ਹੈ ਤੇਰੀ, ਉਹਦੀ ਸ਼ਾਦੀ ਕੱਲ ਨੂੰ ਹੋਣੀ ਹੈ, ਉਹਦੇ ਪਿਓ ਦਾ ਕੀ ਕਤਲ ਕੀਤਾ ਸੀ, ਮਹਿਬੂਬਾ ਦੇ ਦੇਵਰ ਨੂੰ ਕਤਲ ਕੀਤਾ। ਇਹ ਤਾਰਫ ਹੈ ਤੇਰਾ? गलती होती है, ਕੀ ਗਲਤੀ ਹੋ ਗਈ? ਬੰਦਾ ਮਾਰਤਾ ਹੈ, ਇਹ ਗਲਤੀ ਛੋਟੀ ਜਿਹੀ ਹੈ? सानू नहीं पता सी गोली चल जाएगी सर। ਦੱਸ ਕੀ ਸਮਝ ਆ ਰਹੀ ਹੈ, ਕੀ ਕੀਤਾ ਹੈ? ਆਪਣੇ ਵਰਗੇ ਲੋਕਾਂ ਨੂੰ ਵੀ ਦੱਸ, ਤੇਰੀ ਤਰ੍ਹਾਂ ਦੇ ਹੋਰ ਵੀ دیਵਾਨੇ ਆ, ਉਹਨਾਂ ਨੂੰ ਦੱਸ ਕਿਸ ਕਿਸ ਤਰੀਕੇ ਨਾਲ ਮਹਿਬੂਬਾ ਕਵੇ ਤੇ ਕੀ ਕੀ ਕੰਮ ਕਰਨਾ ਹੈ, ਸਰ, ਕਦੀ- ਕਿਹੜੀ ਕਿਹੜੀ ਕਤਲ ਦੀ ਵਾਰਦਾਤ ਕਰਨੀ ਹੈ, ਜ਼ਰਾ ਦੱਸ। सर कभी भी किसी औरत की गल्लां च नहीं आना चाहिए सर, बिल्कुल नहीं आना चाहिए। प्यार मोहब्बत है सब झूठ ਇਹ है, ਤੇ ਕਿਸੇ ਔਰਤ ਦੀ ਤੇ ਨਹੀਂ, ਤੇਰੇ ਬਕੌਲ ਤੇ ਉਹ ਤੇਰੀ ਬੀਵੀ ਹੈ। प्यार मोहब्बत सब झूठ है ਇਹ सर। ਤੇ ਬੀਵੀ ਹੈ ਤੇਰੀ, ਬੀਵੀ ਦੀ ਗੱਲਾਂ 'ਚ ਵੀ ਨਹੀਂ ਆਣਾ। सर बीवी अच्छी गल्लां दसे ते आओ, बुरी गल्लां च नहीं आओ सर। गुनाह नहीं, गुनाह ही है, गुनाह नहीं छुपदा सर। ਅਸੀਂ ਗੁਨਾਹ ਕੀਤਾ ਸਰ, ਅਸੀਂ ਗੁਨਾਹਗਾਰ ਹੈਗੇ ਆ, ਉਹਦੇ ਬੱਚਿਆਂ ਦੇ ਵੀ, ਉਹਦੇ ਵੀ, ਆਪਣੇ ਬੀਵੀ ਬੱਚਿਆਂ ਦਾ ਵੀ, ਸਭ ਦਾ ਗੁਨਾਹਗਾਰ ਹਾਂ। ਮੈਨੂੰ ਮਾਫ ਕਰ ਦਿਓ। ਮਾਫੀ ਚਾਹੀਦੀ ਹੈ। ਸਜ਼ਾ ਦਾ ਪਤਾ ਹੀ ਇਹਦੀ ਕੀ ਸਜ਼ਾ ਹੁੰਦੀ ਕਤਲ ਦੀ? ਜੀ ਸਰ, ਕੀ ਹੁੰਦੀ? ਸਜ਼ਾਏ ਮੌਤ ਸਰ। ਸਜ਼ਾਏ ਮੌਤ। ਤੈਨੂੰ ਕੀ ਹੋਣਾ ਚਾਹੀਦਾ? ਤੈਨੂੰ ਕੀ ਹੋਣਾ ਚਾਹੀਦਾ? ਸਰ ਮੈਂ ਮਾਫੀ ਮੰਗਣਾ ਸਰ। ਗੱਲ ਮਾਫੀ ਹੋਣੀ ਚਾਹੀਦੀ ਹੈ। ਖਤਰਨਾਕ ਤੋਂ ਖਤਰਨਾਕ ਦਰਿੰਦਾ ਸਿਫਤ ਜਿਹੜੇ ਮੁਲਜ਼ਮਾਨ ਹੁੰਦੇ ਹੈ, ਉਹ ਵਾਰਦਾਤ ਤੋਂ ਬਾਅਦ ਸਜ਼ਾ ਨਹੀਂ ਜਾਂਦੇ। ਸਜ਼ਾ ਦਾ ਚੱਲ ਤੈਨੂੰ ਇਹ ਤਾਂ ਪਤਾ, ਕਈ ਤੇ ਮੁਲਜ਼ਮ ਮੁੱਕਰ ਹੀ ਜਾਂਦੇ ਕਿ ਸਾਨੂੰ ਪਤਾ ਹੀ ਨਹੀਂ ਕਤਲ ਦੀ ਸਜ਼ਾ ਕੀ ਹੈ, ਤੈਨੂੰ ਤਾਂ ਪਤਾ ਹੈ। ਲੇਕਿਨ ਤੈਨੂੰ ਨਹੀਂ ਲੱਗਦਾ ਤੈਨੂੰ ਸਜ਼ਾ ਹੋਣੀ ਚਾਹੀਦੀ ਹੈ? ਜਿਸ ਬੰਦੇ ਦਾ ਕੋਈ ਕਸੂਰ ਹੀ ਨਹੀਂ ਸੀ, ਉਹ ਕਿੰਨੇ ਬੱਚਿਆਂ ਦਾ ਪਿਓ ਹੈ, ਉਹਨੂੰ ਐਵੇਂ ਹੀ ਮਾਰਤਾ ਹੈ, ਉਹਦੀ ਲਾਸ਼ ਵੀ ਦਫਨਾਤੀ ਹੈ। ਕਿੱਡਾ ਵੱਡਾ ਜ਼ੁਲਮ ਕੀਤਾ ਇੱਕ ਔਰਤ ਦੇ ਪਿੱਛੇ, ਤੇ ਹੁਣ ਤੈਨੂੰ ਮਾਫੀ ਮਿਲ ਜਾਣੀ ਚਾਹੀਦੀ ਹੈ ਫੌਰੀ ਤੌਰ ਤੇ। सर जो ਉਹਦੇ ਘਰ ਵਾਲੇ ਕਰਨਗੇ ਉਹ ਮੈਨੂੰ ਮਨਜ਼ੂਰ ਹੈ ਸਰ। नाज़रीन, आपने गुफ्तगू सुनी। लाश को एक सोसाइटी, निजी सोसाइटी जो गुजरांवाला ही में मौजूद थी, वहाँ पर दफनाया गया इन दोनों मुलजमान की जानिब से। बल्कि वो खातून जो इस केस की मरकज़ी किरदार फ़रा है, उसे जेल भिजवा दिया गया है। उसने ही ये सारा प्लान तरतीब दिया और कैसे उसने शहबाज को शामिल किया, और शहबाज का उसके साथ रिश्ता शहबाज की ज़ुबानी जानते हैं। हाँ भाई शहबाज, की करना है भाई? सर जी मैं पहले सर्विस स्टेशन का काम करना, तो हुण कुछ देर होई है मैं पंप ते चला गया। ਕਿਹੜੇ ਪੰਪ ਤੇ? PSO PSO जी, ਕਿੱਥੇ ਗਏ? ऐसे बाईपास से ਬਾਈਪਾਸ ਤੇ। ਰਹਿਣਾ ਕਿੱਥੇ? गिल रोड से ਗਿੱਲ ਰੋਡ। जी। ਪਰ ਇਹਨੂੰ ਕਦੋਂ ਦਾ ਜਾਣਾ? मैं पहले सर्विस स्टेशन ते हुंदा, मैं हुण उत्थों जाना। ਸਰਵਿਸ ਕਰਾਉਣ ਆਉਂਦੀ ਸੀ ਗੱਡੀ? जी सर, ਕਦੋਂ ਤੋਂ ਜਾਣਾ ਹੈ? 2-3 साल 2-3 ਸਾਲ। जी सर। ਕੀ ਕਹਿੰਦੀ ਸੀ ਯਾਰ? कुछ भी नहीं, आके मेरे को गड्डी वगैरह वाश करवा के ते मैं ਉਹਦੇ ਘਰ ਫੜਾ ਕੇ ਤੇ ਚਲੀ ਜਾਂਦਾ। ਆਪਣੇ ਕੰਮ ਨਾਲ ਕੰਮ ਰੱਖੀ ਤਾ। ਦੋਸਤੀ ਕਿੰਜ ਹੋਈ ਫਿਰ ਇਹਨਾਂ ਦੀ? ਦੋਸਤੀ ਨਹੀਂ ਸੀ, ਕਸਟਮਰ ਦੀ ਦੂਰ ਤੱਕ ਜਾਣਦੇ ਹਾਂ। ਓਏ ਕਸਟਮਰ ਦੇ ਕਹਿਣ ਤੇ ਕਤਲ ਕਰਤਾ ਹੀ। ਕਤਲ ਸਰ ਜੀ ਮੈਂ ਨਹੀਂ ਕੀਤਾ, ਮੈਨੂੰ ਸਿਰਫ ਨਾਲ ਮੁਲਵਸ ਉਹਨੇ ਕੀਤਾ। ਹੁਣ ਦੱਸ ਦੋਸਤੀ ਕਦੋਂ ਹੋਈ ਫਿਰ ਨਾਲ? ਦੋਸਤੀ ਮੇਰੀ ਤਕਰੀਬਨ 2016 ਜੀ 2016 ਤੋਂ ਉਹਨੂੰ ਮੈਂ ਜਾਣਨਾ ਸ਼ੁਰੂ ਹੋਇਆ। ਅੱਛਾ। ਨੰਬਰ ਕਿੰਜ ਲਿੱਤਾ ਹੀ? ਨੰਬਰ ਉਹਨੇ ਹੀ ਮੈਨੂੰ ਦਿੱਤਾ ਸੀ ਕਿ ਇਹ ਮੇਰਾ ਨੰਬਰ ਹੈ ਤੇ ਇਹ ਮੈਂ ਫੋਨ ਕਰਾਂਗੀ ਤੇ ਗੱਡੀ ਵਗੈਰਾ ਆ ਕੇ ਲੈ ਜਾਈਂ ਤੇ ਗੱਡੀ ਸਾਡੇ ਘਰ ਦੀ ਜਾਏ ਕਰੀ। ਠੀਕ ਹੈ। ਫਿਰ ਹੁਣ ਮੁਹੱਬਤ ਕਿੰਜ ਵੱਧ ਗਈ ਫਿਰ ਉਹਦੇ ਨਾਲ ਤੇਰੀ? ਮੁਹੱਬਤ ਨਹੀਂ, ਸਿਰਫ ਇੱਕ ਕਸਟਮਰ ਦੀ ਦੂਰ ਤੱਕ ਮੈਂ ਇਹ ਜਾਇਆ। ਕਸਟਮਰ ਦੀ ਅਦੂਤ ਤੇ ਅਗਵਾ ਕਰੀਦੇ ਹੈ, ਕਤਲ ਕਰੀਦੇ ਹੈ, ਲਾਸ਼ਾਂ ਨੂੰ ਦਫਨਾਈਦਾ ਹੈ। ਇਹ ਕਿਹੜੇ ਕਿਤਾਬ 'ਚ ਲਿਖੇ? ਨਹੀਂ ਸਰ ਜੀ ਮੈਂ ਇਹ ਸੋਚਿਆ ਵੀ ਨਹੀਂ ਕਿ ਇਹ ਕਦਮ ਉਹ ਕਰਵਾਏਗੀ ਤੇ ਇਹ ਕਰਨਾ ਚਾਹਾਂਗਾ। ਓਏ ਉਹ ਦੱਸ ਵਕੂਆ ਤੈਨੂੰ ਕਿੰਜ ਇਨਵੋਲਵ ਕੀਤਾ, ਵਿੱਚ ਸ਼ਾਮਲ ਕਿੰਜ ਹੋਇਆ ਤੂੰ? ਮੈਂ ਸ਼ਾਮਲ ਸਰ ਜੀ ਇਸ ਤਰ੍ਹਾਂ ਆਇਆ ਵਾਂ, ਉਹਨੇ ਮੈਨੂੰ ਬੁਲਾਇਆ, ਉਹਨੇ ਮੈਨੂੰ फ़ोन करके कहा किधर हो, मैं कहा मैं इधर हूँ, ये इधर आओ तुमसे हमने बात करनी है। मैंने इन्होंने मार्सिटी बुलाया किया जी साडा फलाना रिश्तेदार है शाहिद, मेरा देवर लगता है, ਉਹਨੂੰ ਜਿਹੜਾ ਨਾ ਅਸੀਂ ਗੱਲਬਾਤ ਕਰਕੇ ਨਾ ਉਹਦੇ ਕੋਲ ਪ੍ਰਾਪਰਟੀ ਦੇ ਪੇਪਰ ਲੈਣੇ, ਸਿਰਫ ਤੂੰ ਸਾਡੇ ਨਾਲ ਆਉਣਾ। ਮੈਂ ਕਿਹਾ ਠੀਕ ਹੈ ਨਾਲ ਆਉਣਾ, ਮੈਂ ਤੁਸੀਂ ਜਾਣੋ ਤੁਹਾਡਾ ਕੰਮ ਹੈ। ਮੈਂ ਇਹਨਾਂ ਦੇ ਨਾਲ। ਕਿੰਨੀ ਉਮਰ ਹੈ ਤੇਰੀ? ਮੇਰੀ 19 ਸਾਲ ਸਰ। 19 ਸਾਲ। ਤੂੰ ਕੋਈ ਮਤਲਬ ਗੈਂਗਸਟਰ ਹੈ, ਬਦਮਾਸ਼ ਹੈ, ਕੋਈ ਸਪਾਰੀ ਲੈ ਕੇ ਕਤਲ ਕਰਨਾ ਹੈ? ਕੌਣ ਹੈ? ਮਜ਼ਦੂਰੀ ਕੀਤੀ ਹੈ ਸ਼ੁਰੂ ਤੋਂ ਮਜ਼ਦੂਰੀ ਕੀਤੀ? ਜੀ।
ਤੇ ਫਿਰ ਤੂੰ ਕਿਸ ਤਰੀਕੇ 'ਚ ਤਿਆਰ ਹੋ ਗਿਆ? ਤੈਨੂੰ ਇੱਕ ਅਣਜਾਣ ਔਰਤ ਜਿਹੜੀ ਤੇਰੀ ਕਸਟਮਰ ਹੈ ਸਿਰਫ, ਉਹ ਤੈਨੂੰ ਕਹਿ ਰਹੀ ਹੈ ਕਿ ਬੰਦੇ ਕੋ ਪੇਪਰ ਲੈਣੇ ਆ ਤੇ ਤੂੰ ਕਿਹਾ ਚਲੋ? ਨਹੀਂ ਮਸਲਾ ਉਹਨੇ ਮੈਨੂੰ ਕਿਹਾ ਇਹਨੂੰ ਅਸੀਂ ਸਮਝਾਉਣਾ, ਇਹਦੇ ਨਾਲ ਗੱਲਬਾਤ ਕਰਨੀ ਨਾ, ਇਹਦੇ ਪੇਪਰ ਲੈਣੇ ਨੇ ਆਪਣੇ ਅਸੀਂ ਪ੍ਰਾਪਰਟੀ ਦੇ, ਤੇ ਸਿਰਫ ਤੂੰ ਆਪਣੀ ਅਲੱਗਾ ਗੱਡੀ ਹੈ, ਤੂੰ ਸਿਰਫ ਨਾਲ ਬਹਿਣਾ, ਤੇਰਾ ਕੋਈ ਲਿੰਕ ਨਹੀਂ ਹੈ, ਤੂੰ ਸਿਰਫ ਤੈਨੂੰ ਗੱਡੀ ਦੇਵਾਂਗੇ ਉਹ 'ਚ ਤੂੰ ਬੈਠੇ ਰਹਿਣਾ। ਫਿਰ ਮੈਂ ਉਹਦੇ 'ਚ ਬੈਠਾ ਰਿਹਾ ਵਾਂ। ਇਹਨਾਂ ਨੇ ਸਾਰਾ ਮੈਨੂੰ ਇਹਨਾਂ ਨੇ ਗੱਡੀ ਦਿੱਤੀ, ਇਹਨਾਂ ਨੇ ਮੈਨੂੰ ਕਿਹਾ ਤੂੰ ਸਾਡੇ ਨਾਲ ਰਹਿਣਾ। ਮੈਂ ਗੱਡੀ ਚਲਾਉਂਦਾ ਰਿਹਾ ਵਾਂ। ਇਸ ਸਟੇਸ਼ਨ 'ਤੇ ਗਏ ਨੇ, ਇਹਨਾਂ ਨੇ ਸਾਰੀ ਗੱਲਬਾਤ ਕੀਤੀ, ਇਹਨਾਂ ਦੀ ਆਪਸ ਵਿੱਚ ਹੀ ਜੋ ਕੁਝ ਵੀ ਹੋਇਆ। 5 ਮਿੰਟ ਬਾਅਦ ਹੀ ਮੇਰੇ ਕੋਲ ਆਏ ਨੇ ਅਤੇ ਉਹਨੇ ਮੈਨੂੰ ਫਰਨ ਕਿਹਾ ਸਾਈਡ 'ਤੇ ਹੋਈ ਆ। ਮੈਂ ਦੂਸਰੀ ਸੀਟ 'ਤੇ ਜਾ ਕੇ ਬਹਿ ਗਿਆ। ਉਹਨੇ ਮੈਨੂੰ ਕਿਹਾ ਉਹਨੂੰ ਮਾਰ ਦਿੱਤਾ ਹੋਇਆ। ਉਹਨੇ ਕੀ ਕਿਹਾ ਤੈਨੂੰ? ਮਾਰ ਦਿੱਤਾ ਉਹਨੂੰ। ਤੂੰ ਕੀ ਕਿਹਾ ਫਿਰ? ਮੈਂ ਕੁਛ ਵੀ ਨਹੀਂ, ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਕਿਹਾ ਕੀ ਜੁਰਮ ਇਹਨਾਂ ਨੇ ਕਰਤਾ। ਗਨ ਪੁਆਇੰਟ ਤੇ ਯਰਗਮਾਲ ਵੀ ਰੱਖਿਆ ਮਕਤੂਲ ਨੂੰ। ਕਿੰਨੀ ਦੇਰ? ਤਕਰੀਬਨ 5-10 ਮਿੰਟ। 5-10 ਮਿੰਟ। ਐਂਡ ਵਾਲੀਆਂ ਗੱਲਾਂ ਤੂੰ ਹੀ ਕੀਤੀਆਂ। ਉਸ ਤੋਂ ਬਾਅਦ ਤੇ ਉਹਨੂੰ ਗੋਲੀ ਮਾਰਤੀ। ਗੋਲੀ ਕਿੰਨੇ ਮਾਰੀ? ਗੋਲੀ ਇਹਨਾਂ ਨੇ ਹੀ ਮਾਰੀ। ਫਰਾਂ ਨੇ ਕੀ ਦੱਸਿਆ ਤੈਨੂੰ ਕਿੰਨੇ ਮਾਰਿਆ ਉਹਨੂੰ? ਫਰਾਂ ਨੇ ਮੈਨੂੰ ਇਹ ਦੱਸਿਆ ਇਹਨੇ ਮਾਰੀ ਹੈ ਗੋਲੀ। ਇਹਨੇ? ਜੀ। ਉਮਰ ਨੇ। ਅੱਛਾ। ਮੈਨੂੰ ਇਹਨਾਂ ਨੇ ਇਹ ਦੱਸਿਆ। ਮੈਂ ਉਸ ਚੀਜ਼ ਨੂੰ ਉਸ ਦਿਨ ਦਾ ਹੀ ਸੋਚੀ ਆ ਰਿਹਾ ਕਿ ਇਹਨੇ ਕੀ ਕਰਤਾ, ਇਹਨੇ ਕੀ ਕਰਤਾ। ਠੀਕ ਹੈ। ਮੇਰੇ ਤੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਫੇਰ ਕੀ ਕੀਤਾ ਉਸ ਤੋਂ ਬਾਅਦ? ਉਸ ਤੋਂ ਬਾਅਦ ਉਹਨੂੰ ਉੱਤੇ ਲੈ ਕੇ ਤੇ ਫਿਰਦੇ ਰਹੇ ਨੇ 5-10 ਮਿੰਟ। ਫਿਰ ਉਹਦੇ ਬਾਅਦ ਉਹਦਾ ਫਰਾਂ ਨਾਲ ਰਾਬਤਾ ਹੋਇਆ ਫੋਨ 'ਤੇ ਕਿ ਬਈ ਇਹਨਾਂ ਕਰਕੇ। ਉਹਨੇ ਕਿਹਾ ਹੁਣ ਕੀ ਕਰਨਾ? ਇਹਨੇ ਕਿਹਾ ਲਾਹੌਰ ਚਲ ਜਾਂਦੇ ਹਾਂ। ਉਹਨੇ ਕਿਹਾ ਨਹੀਂ ਲਾਹੌਰ ਨਹੀਂ ਜਾਣਾ, ਮੇਰਾ ਮਾਸਟਰ ਸਿਟੀ ਦੇ ਪਿੱਛੇ ਪਲਾਟ ਹੈ, ਉਹਨੂੰ ਉੱਥੇ ਦਫਨਾ ਦਿਓ, ਕੁਛ ਵੀ ਨਹੀਂ ਹੋਏਗਾ, ਕਿਸੇ ਨੂੰ ਵੀ ਨਹੀਂ ਪਤਾ ਲੱਗੇਗਾ। ਠੀਕ ਹੈ। ਮੈਨੂੰ ਉਹਨਾਂ ਨੇ ਕਿਹਾ ਚੱਲ ਬਈ ਤੂੰ ਨਾਲ ਚੱਲ। ਮੈਂ ਇਹਨਾਂ ਦੇ ਨਾਲ ਗਿਆ ਵਾਂ। ਉੱਥੇ ਕਬਰ ਵਗੈਰਾ ਮੈਂ ਖੁਦ ਖੋਦੀ ਹੈ, ਇਹਨੇ ਵੀ ਖੋਦੀ ਹੈ। ਖੋਦ ਕੇ ਉਹਦੇ ਵਿੱਚ ਉਹਨੂੰ ਦਫਨਾਇਆ। ਦਫਨਾਉਣ ਤੋਂ ਬਾਅਦ ਮੈਨੂੰ ਇਹਨਾਂ ਨੇ ਗਿੱਲ ਰੋਡ 'ਤੇ ਵਾਪਸ ਛੱਡ ਦਿੱਤਾ ਹੋਇਆ। ਮੇਰੇ ਕੋਲ ਪੰਪ 'ਤੇ ਵੀ ਉਹ ਆਈ ਹੈ। ਮੈਨੂੰ ਪੰਪ 'ਤੇ ਵੀ ਆ ਕਹਿੰਦੀ ਹੈ ਕਿ ਜੀ ਮੇਰਾ ਮੋਬਾਈਲ ਵਗੈਰਾ ਫੜਿਆ ਗਿਆ ਅਤੇ ਇਹਨਾਂ ਕਰਕੇ ਮਾਮਲਾ ਤਾਂ ਹੋਇਆ। ਠੀਕ ਹੈ। ਅਤੇ ਪੁਲਿਸ ਵਾਲੇ ਤੈਨੂੰ ਪੁੱਛਣਗੇ, ਤੂੰ ਉਹਨਾਂ ਨੂੰ ਦੱਸਣਾ ਨਹੀਂ ਹੈ, ਮੈਂ ਤੈਨੂੰ 50 ਲੱਗ ਦਾਂਗੀ, ਤੂੰ ਮੂੰਹ ਬੰਦ ਰੱਖਣਾ। ਮੈਂ ਕਿਹਾ ਹਕੀਕਤ ਜਿਹੜੀ ਉਹ ਕਦੀ ਵੀ ਛੁਪਦੀ ਨਹੀਂ ਹੈ, ਉਹ ਸਾਹਮਣੇ ਆਈ ਜਾਂਦੀ ਹੈ। ਉਹ ਸਾਨੂੰ ਜੋ ਅਸੀਂ ਕਰ ਲਿਆ ਸਾਨੂੰ ਭੁਗਤਣਾ ਪੈਣਾ। ਤੇ ਫਰਾ ਤੇਰੀ ਕੌਣ ਲੱਗਦੀ? ਮੇਰੀ ਭੈਣ ਬਣੀ ਸੀ। ਬਾਜੀ ਹੈ ਤੇਰੀ? ਬਾਜੀ ਨੇ ਕੀ ਕੀਤਾ? ਬਾਜੀ ਨੇ कत्ल की वारदात करके फ़ख्र महसूस कर रहे हो? नहीं सर जी, बहुत शर्मिंदा। किन्ना शर्मिंदा? किन्ने भैन भरा? 2 भैन 2 भरा। 2 भैन। शादीशुदा? एक भैन की शादी हुई है बकाया सारे कुमार। की खानदान दे विच इज्जत है? सर जी कोई नहीं हैं? कोई इज्जत नहीं है। शादीशुदा तो नहीं है तू? नहीं सर जी। होनी सी है तेरी शादी? हाँ जी सर। भरा ने करनी सी? नहीं सर। हाँ। माँ प्यो ही करते हैं, कौन पूछता किसी। ਤੇ ਫਰਾ ਦਾ ਬੰਦਾ ਹੈਗਾ ਸੀ? ਫਰਾ ਦਾ ਬੰਦਾ ਹੈ। ਫਰਾ ਤਾਰਫ ਕੀ ਕਰਾਂਦੀ ਸੀ ਕਿ ਇਹ ਕੌਣ ਹੈਗਾ? ਉਮਰ ਕੌਣ? ਮੈਨੂੰ ਇਹਨਾਂ ਨੇ ਨਹੀਂ ਦੱਸਿਆ। ਇਹਦਾ ਮੇਰਾ ਕੋਈ ਮਤਲਬ ਗੱਲਬਾਤ ਨਹੀਂ ਹੋਈ ਸੀ। ਮੈਂ ਇਹਨੂੰ ਜਾਣਦਾ ਤੱਕ ਨਹੀਂ ਹੈ ਕੌਣ। ਇਹ ਜਦੋਂ ਤੈਨੂੰ ਇਹ ਰੱਖ ਕੇ ਗਿਆ ਕਿ ਗਨ ਪੁਆਇੰਟ ਤੇ ਸੰਭਾਲ, ਮੈਂ ਫਰਾ ਕੋਲ ਹੋ ਕੇ ਆ ਰਹੇ ਹਾਂ, ਉਦੋਂ ਇਹਨੇ ਮੈਨੂੰ ਫਰਾ ਨੇ ਮੈਨੂੰ ਦੱਸਿਆ। ਫਰਾ ਨੇ ਮੈਨੂੰ ਕਿਹਾ ਮੇਰਾ ਕਜ਼ਨ ਹੈ, ਮੈਂ ਲਾਹੌਰ ਤੋਂ ਇਹਨੂੰ ਲੈ ਕੇ ਆਈ ਹਾਂ। ਕਜ਼ਨ ਹੈਗਾ? ਕਜ਼ਨ ਮੈਨੂੰ ਇਹਨਾਂ ਨੇ ਕਜ਼ਨ ਦੀ ਦਿਲਾਸਾ ਦਿੱਤਾ। ਮੈਨੂੰ ਨਹੀਂ ਦੱਸਿਆ ਕਿ ਇਹਨਾਂ ਦੇ ਪੇਪਰ, ਇਹਨਾਂ ਦੇ ਨਿਕਾਹ ਹੋ ਗਏ ਨੇ, ਇਹਨਾਂ ਨੇ ਮਾਮਲਾ। ਝੂਠੀ ਕਹਾਣੀ ਸੁਣਾ ਰਿਹਾ, ਕੋਈ ਨਿਕਾਹ ਨਹੀਂ ਹੋਇਆ, ਇਹਦੇ ਤਾਲੁਕ ਸੀ ਸਿਰਫ। ਮੈਨੂੰ ਉਹਨੇ ਕਜ਼ਨ ਦਾ ਸਾਰਾ ਇਖਤਿਆਰ ਦਿੱਤਾ। ਇਹਨੇ ਮੇਰਾ ਕਜ਼ਨ ਹੈ। ਘਰ ਵੀ ਜਾਂਦਾ ਸੀ? ਮੈਂ ਉਹਦੇ ਘਰ ਸਿਰਫ ਗੱਡੀ ਲੈਣ ਜਾਂਦਾ। ਲਾਸ਼ ਤੂੰ ਹੀ ਦਫਨਾਈ? ਮੈਂ ਦਫਨਾਈ। ਯਾਦ ਆਇਆ ਕਦੀ ਲਾਸ਼ ਦਫਨਾਉਂਦੇ ਹੋਏ ਕੋਈ ਖੌਫ ਆਇਆ ਹੋਏ, ਬਾਅਦ ਚੋਂ ਘਬਰਾ ਪਿਆ ਹੋਏ? ਉਹ ਤਾਂ ਖੌਫ ਤੁਹਾਨੂੰ ਆਉਂਦਾ ਤੇ ਤੁਸੀਂ ਪੁਲਿਸ ਕੋਲ ਨਾ ਆਈ ਜਾਂਦੇ, ਗ੍ਰਿਫਤਾਰੀ ਦੇ ਦਿੰਦੇ ਆ ਕੇ। ਤੁਸੀਂ ਤਾਂ ਦਰਿੰਦੇ ਹੋ, ਤੁਹਾਨੂੰ ਕੋਈ ਖੌਫ ਨਹੀਂ ਹੈ। ਜੁਰਮ ਕੀਤਾ, ਇਸ ਤੋਂ ਅੱਗੇ ਕੁਛ ਨਹੀਂ। ਸਜ਼ਾ ਮਿਲਣੀ ਚਾਹੀਦੀ? ਬਿਲਕੁਲ ਗੁਨਾਹ ਕੀਤਾ। ਕੀ ਪਤਾ ਹੀ ਕਤਲ ਦੀ ਕੀ ਸਜ਼ਾ ਹੈ ਮੌਤ। ਦੱਸ ਤੇਰੀ ਤਰ੍ਹਾਂ ਦੇ ਜਿਹੜੇ ਮੁੰਡੇ ਨੇ, ਨੌਜਵਾਨ ਨੇ, ਔਰਤਾਂ ਨਾਲ ਤਲਕ ਬਣਾਉਣ ਦੇ ਜਿਹਨਾਂ ਨੂੰ ਸ਼ੌਕ ਹੈ, ਤੈਨੂੰ ਔਰਤ ਨਾਲ ਤਲਕ ਬਣਾ ਕੇ ਕਿਹੜਾ ਤਮਗਾ ਮਿਲਿਆ? ਉਹਨਾਂ ਵਾਸਤੇ ਕੋਈ ਮੈਸੇਜ ਦੇ। ਕਦੇ ਵੀ ਕਿਸੇ ਨੂੰ ਵੇਖੋ ਵੀ ਨਾ, ਹੋਰ ਆਜ਼ਾਦ ਨਾ, ਕਦੇ ਵੀ ਤਲਕ ਨਾ ਬਣਾਓ, ਕਿਉਂਕਿ ਕਿਸੇ ਦੀ ਸਕੀ ਨਹੀਂ ਹੁੰਦੀ ਹੈ। ਆਪਣੇ ਕੰਮ ਨਾਲ ਕੰਮ ਰੱਖੋ। ਮੇਰੇ ਜਿਹਨੇ ਭਰਾਵੋ, ਅੱਲਾਹ ਪਾਕ ਹੀ ਆਵੇ ਸਾਡੇ ਰਹਿਣ ਦਾ ਅਹਿਸਾਸ कर ले, क्योंकि साढ़े बचना बहुत मुश्किल हो जाए। नाजरीन, इन दोनों मुलजमान की आपने गुफ्तगू सुनी, किस तरह से इन्होंने कत्ल की खौफनाक वारदात की और वारदात करने के बाद लाश को गाड़ी में लेकर कई घंटे तक ये सड़कों पर ही घूमते रहे और बाद अज़ां एक प्लॉट में उस लाश को दफन भी कर दिया। लेकिन पुलिस ने इस अंधे कत्ल की वारदात का सुराग लगाया और इन मुलजमान को गिरफ़्तार कर लिया। फ़रा को जेल में भिजवा दिया गया है। ये 2 मुलजमान अभी तक इनकी तफ्तीश जारी है, इनको भी मज़ीद तफ्तीश के बाद जेल भिजवा दिया जाएगा। हम चाहते हैं कि इनको इनके किए की करार वाक़या सज़ा दी जाए।
असल हक़ाइक़ इस केस में है क्या, क्या मुल्ज़मान हमसे छुपा रहे हैं और कितना कुछ इस केस में अभी बाकी है और किस तरह से ये कत्ल की वारदात और प्लानिंग हुई, ये तमाम तफसीलात हम आपको बताएंगे। नाज़रीन, इस वक्त हमारे साथ SHO ज़ुबैर सयाल साहब मौजूद हैं। उन्हीं की ज़ुबानी जानते हैं कि ये कत्ल की वारदात किस तरह से हुई और ये शातिर मुल्ज़मान को पुलिस ने किस तरह गिरफ़्तार किया। बहुत शुक्रिया ज़ुबैर साहब, आपने वक्त दिया। ये बताइएगा कि असल में इतलात कब मौसूल हुई और आपने तफ्तीश का आगाज़ किस तरह से शुरू किया? बिस्मिल्लाहिर्रहमानिर्रहीम। ये जी 16/2/2023 को हमें रात के टाइम ये इतला मौसूल हुई कि एक शाहिद नामी ताजर हैं जो फैक्ट्री अपनी से निकलने हैं, लेकिन वो सिटी हाउसिंग अपने घर नहीं पहुंच सके। तो पुलिस ने जैसे ही इतला पाई फ़ौरन इनका मुकदमा रजिस्टर किया। दर्ज करने के बाद मौका जाके हमने देखा, मौका फैक्ट्री से ये निकलते हैं शाम के टाइम। जैसे ये शाम के टाइम निकलते हैं उसके बाद CDR हमने ली। CDR से ये पता चला कि ये जाते हैं अपने एक बार्बर से रब्ता करते हैं सिविल लाइन के एरिया में, उधर से जाके ये कटिंग करवाते हैं। वो जाके हमने वेरीफाई करवाया बार्बर से, उसने कहा जी बिल्कुल मेरे पास आए थे, 8 बजे के करीब आए थे और 8:45 बजे के करीब ये इधर से चले गए हैं। तो हमने जब उसका देखा तो उनकी लास्ट सीन जो था व्हाट्सएप का वो भी 8:15 बजे तक का था और जो उनकी लास्ट कॉल थी वो भी 8:12 पे थी अपने लास्ट एम्प्लॉय को। उसके बाद वो आईफोन इस्तेमाल यूज़र थे, होंडा सिविक गाड़ी इस्तेमाल करते थे। तो ना उनकी होंडा सिविक गाड़ी हमें ट्रैक हो रही थी किसी CCTV कैमरा से। कामों की टूल प्लाजा हमने चेक किया, हमने चनाब टूल प्लाजा चेक किया, हमने सिटी हाउसिंग के गेट्स चेक किए, कहीं भी वो गाड़ी ट्रेस नहीं हो रही थी। आईफोन से हमने ट्रैक करने की कोशिश की, आईफोन भी नहीं इस्तेमाल हो रहा था। तो उसके बाद हमने इस पर मुख्तलिफ CPO साहब की हदायत पे 3 टीमें तश्कील दी, जिनको DSP साहब भी सुपरवाइज़ कर रहे थे, SP साहब भी सुपरवाइज़ कर रहे थे और डेली बेसिस पे CPO साहब इसकी ब्रीफिंग लेते थे हम थे। तो हमने उसको स्टेप बाय स्टेप ट्रैक करना शुरू कर दिया। जैसे जब वो निकलते हैं बार्बर की शॉप से, उसके बाद वो जिधर उनकी गाड़ी जा रही है तो हमें पता चला कि गाड़ी जो जा रही है वो आगे अपने सही रूट पे नहीं जा रही। वो गाड़ी एक वीरान सा रास्ता है, उसी पे 1 घंटा पूरा लेफ़्ट राइट जो है वो घूम रही है। तो हमें ये शक हुआ कि ये नॉर्मल रूटीन में नहीं है, इसमें कुछ ना कुछ हो सकता है। तो हमने उस एरिया की जियो फेंसिंग की, हमने उसे उधर जो है वो ह्यूमन इंटेलिजेंस गैदर की, स्टेप बाय स्टेप CCTV हमने चेक की। CCTV चेक करने से हमें पता चला कि गाड़ी रुक रही है और कुछ अननोन बंदे भी गाड़ी में हमें नज़र आए CCTV में। तो उसके बाद हमने जितने भी इनके रिलेटिव थे, इसके अलावा बाकी जो दोस्त थे, वो हमने उनका तफसीली इंटरव्यू करना शुरू किया, उनके CDRs का डाटा लिया। तो CDRs का जब डाटा लिया तो उसमें हमें हैरानकुन तौर पर कुछ बंदों की जो है वो ये मुल्ज़मान की लोकेशन भी उसी जगह पे मौसूल हुई। ये अगवा की FIR पे पुलिस वर्क कर रही है, अभी सिर्फ अगवा है? जी बिल्कुल जी, ये अभी सिर्फ अगवा है। एक ताजर था, वो पूरे चैम्बर की तरफ से तशवीश थी, तो CPO साहब इस पर बड़ी सख्ती से नोटिस लिया हुआ था। तो हम सिर्फ अगवा जो ताजर था अभी तक उसका कोई पता नहीं चल रहा था 8:15 बजे के बाद कि वो किधर गए हैं। तो हम अगवा वाले मामले पे ही तफ्तीश कर रहे थे। तो जब हमने लोकेशन ली उसके बाद हमें पता चला कि इसमें कुछ ना कुछ गलत हो रहा है, क्योंकि कुछ और बंदों की लोकेशन भी मुल्ज़मान की उसी जगह पे थी। तो उसके बाद हमने मुल्ज़मान को ट्रैक करना शुरू किया। मुल्ज़मान जो लाहौर का था, उमर नामी बंदा, तो पता चला कि उसने जो वकूए के टाइम नंबर इस्तेमाल करता था वो नंबर भी अपना चेंज कर चुका है और अपना घर जो है वो घर भी चेंज कर चुका है लाहौर में। उमर तक CCTV कैमरों की मदद से पहुँचे, कैसे पता लगा उमर का? हमने जब इसको फ़रा की लोकेशन जो उसकी भाभी थी मगवी की, उसकी लोकेशन हमने चेक की, उसका CDR चेक किया तो उमर नामी एक आदमी के साथ उसका बड़ा रब्ता था। तो हमने उसका मोबाइल भी चेक किया तो मोबाइल में उनकी इकट्ठी तस्वीरें थी जिसको ये क्लेम करती थी फ़रा बीबी कि वो मेरे खामिद हैं, मैंने निकाह किया हुआ है उनको। तो हमने उनका नंबर हासिल करके उनका डाटा लिया तो वो भी उसी जगह पे लाहौर नहीं थे बल्कि गुजरांवाला पे, जिस जगह पे गाड़ी जो है वो गुम हो रही है उसी जगह पे पाए जा रहे थे। तो उसके बाद हमें तशवीश हुई। तो जब हमने उसका डाटा लिया उनके नंबर का तो वो नंबर जो है वो बंद मतलब जो है वकूए के बाद बंद आ रहा था नंबर। तो इस पर हमें ज़्यादा जो है वो तज्जब हुआ कि क्यों नंबर बंद किया है। तो हमने अपने तौर पे उसका घर का एड्रेस पता करवाया, घर से चेक किया तो पता चला कि वो घर भी अपना चेंज कर चुके हैं। तो उसके बाद जी हमने ये सारे जो करैक्टर थे जो हमें डाटा से और ह्यूमन इंटेलिजेंस से पता चले, उन सब को हमने पकड़ा है जी। पकड़ के तो वो उन्होंने अपना इकरार किया कि हमने उसी रात को जैसे ही वो बार्बर शॉप से निकला है हम उसकी गाड़ी में बैठ गए हैं। ये उमर और शहबाज ये बैठ गए हैं। फ़रा जो थी ये अपनी गाड़ी में थी।
तो उसके बाद ही उन्होंने जो है वो 1 घंटे के अंदर अंदर उसको मर्डर कर दिया है। मर्डर करने के बाद ये फ़रा जो है ये मास्टर सिटी में इसका रिहाइश है। तो इनका ऑलरेडी प्लान ये बना हुआ था, दिन टाइम भी ये इकट्ठे थे वकूआ से पहले भी, कि जब हम इसको मार देंगे, मारने के बाद उसकी डेड बॉडी जो है वो बिल्कुल मलिका उसके घर के साथ एक अंडर कंस्ट्रक्शन घर था, उसी में रात के वक्त हम उसको छुपा देंगे ताकि किसी को पता नहीं चलेगा। तो मुलज़म इन्होंने वकूआ करने के बाद, मारने के बाद मास्टर सिटी ये गए हैं, उधर जाके इन्होंने डेड बॉडी जो है वो उसकी तदफीन कर दी है। और गाड़ी का जो शायद की गाड़ी होंडा सिविक थी उसका नंबर इन्होंने चेंज किया है। नंबर चेंज करने के बाद ये उमर जो है ये लाहौर लेके चला गया गाड़ी को, और ये मुख्तलिफ पार्किंग प्लाजाज में नंबर चेंज करके उसको 10-10 दिन के लिए खड़ा करता रहा है। तो अल्हम्दुलिल्लाह ये तीनों मुलज़मान जो हैं ये ट्रेस भी हो गए हैं, पकड़े भी गए हैं, और इन्होंने अपना वकूए का इकरार भी कर लिया है कि ये घिनौना जुर्म इन्होंने किया है। और अल्हम्दुलिल्लाह गाड़ी भी जो है वो भी ट्रेस करके मालकान के हवाले कर दी गई है। तो ज़ुबैर साहब, हमारी मुलज़मान से तफसीली बात हुई, जो मरकज़ी किरदार है इस कत्ल केस का, जिसका लाहौर से ताल्लुक़ है और जो कहता है कि उसने फ़रा के साथ शादी कर रखी थी, उमर नाम है उसका, वो कहता है कि ये कत्ल की वारदात इस तरह से हुई है कि पहले उसने उसे गन पॉइंट पर यरगमाल बनाया मकतूल शाहिद को, और उसके बाद वो उसे रेलवे स्टेशन वाली साइड पर ले गया है। वहाँ पर जाके फ़रा को भी बताया, उसने कहा कि फ़रा को मैंने देख लिया है और कन्फ्यूजन हो गई है। फिर फ़रा से इसने जाके बात की है, फिर फ़रा आगे आई है उसके बकौल कि वो कत्ल उमर ने नहीं बल्कि फ़रा ने उसे जो है यहाँ पर गोली मारकर कत्ल किया है, और बाद अज़ां फिर इन्होंने लाश की तदफीन की। असल में हक़ाइक़ क्या है, असल हकीकत क्या है? हकीकत ये है जी, ये फ़रा और उमर इन दोनों की मेन प्लान था। इन्होंने प्लान किया ताकि हम इसको मार के उसकी जो भी प्रॉपर्टी है और हमारी जो भी प्रॉपर्टी है जिसमें ये रुकावट है तो वो प्रॉपर्टी अपनी हथिया लेंगे। तो उन्होंने ये प्लान किया उसको मारने का। इनको ऑलरेडी पता था कि वो जुमेरात वाले दिन जुमेरात को वो बार्बर शॉप उसी पे ही आते हैं और इस टाइम पे आते हैं। तो ऑलरेडी इन्होंने शातिर थे मुलज़म, इन्होंने किसी नंबर पे रब्ता नहीं किया बल्कि एक और मुलज़म को साथ मिलाया ताकि मारने के बाद उसकी बॉडी को डिस्पोज करने के लिए किसी और बंदे की भी ज़रूरत होती है। तो तकरीबन ये 1 घंटा वेट करते रहे। वेट करने के बाद जब वो आया मगवी और अंदर चला गया बार्बर शॉप में, तो ये दोनों उमर और शहबाज ये फ़रा की गाड़ी से उतर के ये बिल्कुल पास खड़े हो गए हैं उसकी गाड़ी के। इस इधर वो बयान देता है उमर कि सिर्फ वो गया है और उसने असला के ज़ोर पर उसे गन पॉइंट पर कहा है कि गाड़ी चलाओ मकतूल को, और फ़रा और जो शहबाज है वो एक गाड़ी में पीछे मौजूद थे, फ़रा की गाड़ी। मुलज़म अब जो मर्ज़ी के हैं, लेकिन हक़ाइक़ यही हैं कि ये दोनों गए हैं गाड़ी में, जाके जैसे ही वो अपने बार्बर शॉप से निकला है, गाड़ी अनलॉक करके मगवी बैठा है, तो ये दोनों उधर बैठ गए हैं। तो गन पॉइंट में इन्होंने उसको हॉस्टेज बनाया है, बना के फिर इन्होंने उसको कत्ल कर दिया है। कत्ल करने के बाद ये तीनों शामिल थे और इन्होंने फिर उसकी बॉडी को उधर जाकर डिस्पोज किया है। सही। और फिर मुलज़िम ये भी कहता है उमर के फ़रा ने अपने बंदे से तलाक ले रखी थी और 1 साल पहले इसके साथ निकाह कर लिया था। ये ऐसे कोई हक़ाइक़ हैं आपके पास या इसमें कोई सदाकत है? ऐसी बात नहीं, हमने जी पूरा इसको जब हम मगवी को तलाश करते रहे तो हम बिल्कुल डिटेल से इनकी फैमिलीज़ का इंटरव्यू करते रहे। हमने आज़म जो इसका फ़रा का खामिंद है उसका भी इंटरव्यू किया है, फ़रा का भी इंटरव्यू करते हैं। तो तलाक वाली बात किसी इंटेरोगेशन में इन्होंने नहीं की, बल्कि ये कहते रहे कि आज़म ही मेरा खामिंद है, फ़रा का बयान था। और उमर जो क्योंकि वो गरीब घराने से तल्लक रखता था, उसने भी प्रॉपर्टी को उसको भी लालच था, तो उसने इसको चकमा दे के एक निकाह के ऊपर निकाह क्लेम करता था कि मैंने कर लिया है। हालांकि ऐसी कोई सूरत हाल है नहीं कि एक निकाह के ऊपर निकाह इस्लामिक पॉइंट ऑफ व्यू से भी कैसे हो सकता है। ये जुर्म भी है, इस पर FIR भी हो सकती है अगर शवाहिद हों तो, लेकिन वो तो कहता है मेरे पास डॉक्यूमेंट्स भी मौजूद हैं, सारी चीज़ें मौजूद हैं कि मैंने इससे निकाह किया। अब जी ये उनका मामला है, लेकिन इस तरह जो तलाक है अपने पहले खामंद आज़म से उसने वो किसी सूरत में भी नहीं ली और ना ही किसी इंटेरोगेशन में पुलिस के सामने उसने इंकशाफ किया है। इसमें जो हमारे पास एविडेंस, प्रॉपर एविडेंस मौजूद हैं जिसमें ये तीनों मुलज़मान गिल्टी हैं और इनके ख़िलाफ़ CCTV, CDRs और इसके अलावा काफ़ी सारे शवाहिद मौजूद हैं जो पुलिस इंशाल्लाह मिसल के साथ अटैच भी करेगी और इनको कोर्ट में जो है वो जितनी भी मिसल होगी डिटेल में कोर्ट मिसल के साथ एविडेंस अटैच करके कोर्ट में पहुँचाएगी ताकि ट्रायल में ये मुलज़मान ने जितना घिनौना जुर्म किया है वो इससे बच। और मुद्दइयों से भी मेरी रिक्वेस्ट है कि जितना बड़ा इन्होंने जुर्म किया और घिनौना जुर्म किया है उसमें वो इन मुलज़मान को बिल्कुल कैफरे किरदार तक पहुंचने दें और ट्रायल में प्रॉपर हिस्सा लें ताकि
ये एक मिसाल के तौर पर पेश हूँ कि मुद्दइयों ने माफ़ भी नहीं किया और कोर्ट ने इतने एविडेंस होने के बावजूद उनको प्रॉपर सज़ा दी है। सोसाइटी के लिए एक अच्छा मैसेज जाएगा अगर मुद्दई इसको माफ़ भी नहीं करते और कोर्ट इसको प्रॉपर ट्रायल करती है। जी ज़ुबैर साहब, एक 311 की दफ़ा होती है जिसमें अगर मुद्दई मुकदमा माफ़ भी करना चाहे लेकिन ऐसे दरिंदा सिफ्त मुल्ज़मान को उनके किए की सज़ा ज़रूर मिलती। क्या आप इसको इसमें शामिल करेंगे? जी हमें बिल्कुल जी, CPO साहब और से इस मामले में गाइडलाइन ली गई है। हमारी पूरी कोशिश है कि ये मुल्ज़मान सज़ा से ना बच सके। नाज़रीन, हवस और पैसों की हिर्स इंसान को दरिंदा बना देती है। इस केस में भी ऐसा ही हुआ कि एक मासूम शख्स जो नेक नियति के साथ अपनी भाभी, बहनों और भाइयों के लिए बहुत कुछ करता था, उसे बिला वजह मौत के घाट उतार दिया गया। लिहाजा अपनों से भी एहतियात कीजिए, कहीं आपके घर में ही आपका कातिल मौजूद ना हो। अपने इर्द गिर्द होने वाले जुर्म को फौरी 15 पर रिपोर्ट कीजिए। अपने मेज़बान सलमान कुरैशी को इजाज़त दीजिए। अल्लाह निगहबान।